ਮਾਝ ਮਹੱਲਾ ਪੰਜਵਾ। ਐਥੈ ਤੂੰ ਹੈ ਆਗੈ ਆਪੇ, ਜੀਅ ਜੰਤਰ ਸਭ ਤੇਰੇ ਥਾਪੇ। ਐਥੈ ਐੜੇ ਨੂੰ ਵੀ ਦਲਾਈਆਂ, ਥੱਥੇ ਨੂੰ ਵੀ ਦਲਾਈਆਂ, ਇਸ ਕਰਕੇ ਐਥੈ। ਐਥੈ ਹੁੰਦਾ ਇਸ ਲੋਕ ਵਿੱਚ ਵੀ ਤੁਸੀਂ ਹੀ ਰੱਖ ਕਿਉਂ, ਅੱਗੇ ਪਰਲੋਕ ਵਿੱਚ ਵੀ ਤੂੰ ਹੈ। ਐਥੈ ਤੂੰ ਹੈ ਆਗੈ ਆਪੇ, ਅੱਗੇ ਪਰਲੋਕ ਵਿੱਚ ਵੀ ਤੂੰ ਹੀ ਸਾਡੀ ਸਹਾਇਤਾ ਕਰਨ ਵਾਲਾ। ਇੱਥੇ ਵੀ ਤੂੰ ਹੀ ਮਾਲਕ ਹੈ, ਉੱਥੇ ਵੀ ਤੂੰ ਹੀ ਮਾਲਕ। ਜਿਵੇਂ ਮਾਤਾ ਸੁਲੱਖਣੀ, ਬੀਬੀ ਸੁਲੱਖਣੀ ਨੇ ਕਿਹਾ ਛੇਵੇਂ ਪਾਤਸ਼ਾਹ ਨੂੰ, ਇੱਥੇ ਵੀ ਤੁਸੀਂ ਲਿਖਣਾ, ਉੱਥੇ ਵੀ ਤੁਸੀਂ ਲਿਖਣਾ। ਇਵੇਂ 10ਵੇਂ ਪਾਤਸ਼ਾਹ ਵੇਲੇ ਵੀ ਬਿਲਕੁਲ ਰਲਦੀ ਮਿਲਦੀ ਸਾਖੀ। 10ਵੇਂ ਪਾਤਸ਼ਾਹ ਜੀ ਦਮਦਮਾ ਸਾਹਿਬ ਤੋਂ, ਸਾਬੋ ਕੀ ਤਲਵੰਡੀ ਤੋਂ ਜਦ ਨਿਕਲਣ ਲੱਗੇ ਸ਼ਿਕਾਰ, 50 ਸਿੰਘ ਨਾਲ ਸੀ। ਉੱਥੇ ਵੀ ਮਾਈ ਇਸੇ ਇਲਾਕੇ ਦੀ, ਚੱਬੇ ਦੇ ਰਹਿਣ ਵਾਲੇ, ਉੱਥੇ ਵੀ ਉਹਨੇ ਇਹੀ ਬਚਨ ਕੀਤਾ ਕਿ ਮਹਾਰਾਜ ਆ ਲਓ ਕਲਮ ਦਵਾਤ ਕਾਗਜ਼, ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੋ। ਜਿਵੇਂ 6ਵੇਂ ਰੂਪ 'ਚ ਮਾਈ ਬਖਸ਼ੀ ਸੁਲੱਖਣੀ, ਮੇਰਾ ਨਾਂ ਵੀ ਸੁਲੱਖਣੀ, ਮੈਂ ਵੀ ਚੱਬੇ ਦੇ ਹੀ ਰਹਿਣ ਵਾਲੀ ਹਾਂ। ਮਹਾਰਾਜ ਹੱਸ ਕੇ ਕਹਿੰਦੇ ਲੈ ਤੂੰ ਵੀ ਫਿਰ ਪੁੱਤਰ ਲੈ ਲੈ। ਉੱਥੇ ਵੀ ਉਹੀ ਸਾਰਾ ਕੌਤਕ ਵਰਤਿਆ। ਘੋੜੇ ਨੇ ਕੁਦਰਤੀ ਪੈਰ ਹਿਲਾਇਆ ਤੇ 7 ਪੁੱਤਰਾਂ ਦੀ ਦਾਤ ਉੱਥੇ ਮਿਲ ਗਈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਐਥੈ ਤੂੰ ਹੈ ਆਗੈ ਆਪੇ। ਇਹ ਤਾਂ ਸਾਨੂੰ ਬੇਫਿਕਰੀ ਹੋ ਗਈ, ਚਲੋ ਵੀ ਇੱਥੇ ਵੀ ਤੁਸੀਂ ਹੋ, ਅੱਗੇ ਵੀ ਤੁਸੀਂ, ਮੌਜ ਹੈ। ਇੱਥੇ ਵੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਤੇ ਸੱਚਖੰਡ ਵਿੱਚ ਵੀ ਪ੍ਰਕਾਸ਼ ਹੈ। ਇਹ ਨਹੀਂ ਕਿ ਇੱਥੇ ਗੁਰੂ ਹੋਰ ਹੈ, ਉੱਥੇ ਜਾ ਕੇ ਹੋਰ ਹੈ, ਫਿਰ ਸਾਨੂੰ ਉਲਝਣ 'ਚ ਪਾ ਦਿਓ ਕਿਤੇ। ਸਭ ਕੁਛ ਇੱਕੋ ਹੀ ਹੋ ਤੁਸੀਂ, ਤਿੰਨਾਂ ਲੋਕਾਂ ਵਿੱਚ ਵਿਆਪਕ ਬੈਠੇ ਹੋ। ਜਿੰਨੇ ਕੁ ਜੀਅ ਜੰਤ ਨੇ ਸਾਰੇ ਤੁਹਾਡੇ ਹੀ ਬਣਾਏ ਹੋਏ, ਟਿਕਾਏ ਹੋਏ ਆ। ਜੀਅ ਜੰਤਰ ਸਭ ਤੇਰੇ ਥਾਪੇ, ਤੁਧ ਬਿਨੇ ਅਵਰ ਨਾ ਕੋਈ ਕਰਤੇ, ਮੈਂ ਧਰ ਓਟ ਤੁਮਾਰੀ ਜੀਓ। ਇਹ ਕਰਤਾ ਪੁਰਖ ਵਾਹਿਗੁਰੂ ਜੀ, ਤੁਹਾਡੇ ਤੋਂ ਬਿਨਾਂ ਹੋਰ ਤਾਂ ਕੋਈ ਦਿਸਦਾ ਨਹੀਂ ਹੈ ਕਿਤੇ ਵੀ, ਕੋਈ ਕੁਛ ਹੈ ਰੱਬ ਕੋਈ ਹੋਰ। ਮੈਂ ਤਾਂ ਆਪ ਜੀ ਦੀ ਓਟ ਧਾਰਨ ਕੀਤੀ ਹੋਈ ਮਨ ਦੇ ਅੰਦਰ। ਇਹ ਵੀ ਬੜੀ ਬੇਫਿਕਰੀ ਹੈ ਕਿ ਤੁਹਾਡੀ ਇਹ ਬੜੀ ਮੌਜ ਹੈ। ਹੋਰ ਕਿਸੇ ਨੂੰ ਯਾਦ ਕਰਾਂਗੇ, ਉਹ ਕਹਿੰਦੇ ਮੈਂ ਆਉਣਾ, ਉਹਨੇ ਹਲੇ ਆਉਣਾ ਹੈ। ਤੁਸੀਂ ਪਹਿਲਾਂ ਹੀ ਆਏ ਖੜੇ ਹੋ, ਤੁਹਾਨੂੰ ਤਾਂ ਸਿਰਫ ਯਾਦ ਕਰਕੇ ਬੇਨਤੀ ਕਰਨੀ, ਉੱਥੇ ਤਤਕਾਲ ਹੀ ਕੰਮ ਹੋ ਜਾਂਦਾ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉੜਤਾਵੈ ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ। ਤੁਸੀਂ ਆਪਣੇ ਸੇਵਕਾਂ ਦੇ ਕਾਰਜ ਤਤਕਾਲ ਹੀ ਕਰ ਦਿੰਦੇ ਹੋ। ਰਸਨਾ ਜਪ ਜਪ ਜੀਵੈ ਸੁਆਮੀ, ਪਾਰ ਬ੍ਰਹਮ ਪ੍ਰਭ ਅੰਤਰ ਜਾਮੀ। ਮੈਂ ਤਾਂ ਮਹਾਰਾਜ ਜੀ ਬਸ ਆਪਣੀ ਜਿਹੜੀ ਤੁਸੀਂ ਬਖਸ਼ਿਸ਼ ਕੀਤੀ ਹੈ ਮੈਨੂੰ ਜੀਭ, ਇਹਦੇ ਨਾਲ ਜਪ ਜਪ ਕੇ ਤੁਹਾਨੂੰ ਮੈਂ ਜਿਉਂ ਹੀ ਜਾਂਦਾ। ਕਿਉਂ ਮੈਨੂੰ ਤੁਸੀਂ ਇਉਂ ਤੁਹਾਨੂੰ ਮੈਂ ਜਪਦਾ। ਜੇ ਸੱਚੀ ਗੱਲ ਖਾਨੇ 'ਚ ਪੈ ਜਾਏ ਬੰਦੇ ਦੇ ਦਿਮਾਗ 'ਚ ਵੀ ਸਰੀਰ ਕਿਹਨੇ ਦਿੱਤਾ, ਜਿਹਦਾ ਤਨ ਮਨ ਧਨ ਸਾਰਾ ਉਸੇ ਦਾ ਹੀ ਹੈ। ਬ੍ਰਹਿਮੰਡ ਵਿੱਚ ਤਾਰੇ ਚੰਦਰਮਾ ਧਰਤੀ ਪਾਣੀਆਂ ਸਭ ਉਹਦਾ ਹੀ ਹੈ। ਆਹ ਦੁਨੀਆ ਵੀ ਸਾਰੀ ਉਹਦੀ ਹੋਈ ਹੈ, 84 ਲੱਖ ਜੂਨ ਵੀ ਉਹਦੀ ਹੋਈ ਹੈ। ਫਿਰ ਦੂਜਾ ਹੈ ਕਿਹੜਾ ਜਿਹਨੂੰ ਆਪਾਂ ਜਪਣ ਨੂੰ ਤੁਰਦੇ ਹਾਂ। ਕਹਿੰਦੇ ਮੈਂ ਤਾਂ ਸਿਰਫ ਤੁਹਾਡਾ ਨਾਮ ਜਪਦਾ, ਮੈਨੂੰ ਤੁਹਾਡਾ ਪਤਾ, ਤੁਸੀਂ ਸਭ ਕੁਝ ਦੇ ਹੀ ਜਾਣਾ ਮੈਨੂੰ ਆਪੇ ਹੀ। ਉਹ ਇਸ ਕਰਕੇ ਕਿਉਂਕਿ ਤੁਸੀਂ ਅੰਤਰਜਾਮੀ ਹੋ, ਮੇਰੇ ਦਿਲ ਦੇ ਅੰਦਰ ਦੇ ਪ੍ਰੇਮ ਨੂੰ ਜਾਣਦੇ ਹੋ, ਮੇਰੀ ਅਵਸਥਾ ਨੂੰ ਜਾਣਦੇ ਹੋ, ਮੇਰੀਆਂ ਲੋੜਾਂ ਨੂੰ ਤੁਸੀਂ ਜਾਣਦੇ ਹੋ। ਮੈਨੂੰ ਹਲੇ ਲੋੜ ਹੁੰਦੀ ਜਿਹੜੀ ਚੀਜ਼ ਦੀ, ਮੈਂ ਤਾਂ ਹਲੇ ਸੋਚਦਾ ਵੀ ਨਹੀਂ, ਉਹ ਚੀਜ਼ ਤੁਸੀਂ ਪਹਿਲਾਂ ਹੀ ਭੇਜੀ ਫਿਰਦੇ ਹੁੰਦੇ ਮੈਨੂੰ। ਮੈਂ ਸੋਚਦਾ ਵੀ ਆਹ ਤਾਂ ਮੈਂ ਚਾਹੀਦੀ ਸੀ, ਇਹ ਚੀਜ਼ ਆਪੇ ਹੀ ਆ ਗਈ ਮੇਰੇ ਕੋਲੇ। ਮਹਾਰਾਜ ਕਹਿੰਦੇ ਮੈਨੂੰ ਪਹਿਲਾਂ ਪਤਾ ਸੀ। ਮਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਨਿਆਣੇ ਦਾ, ਉਹਨੇ ਕੀ ਖਾਣਾ, ਕਦੋਂ ਖਾਣਾ, ਉਹ ਪਹਿਲਾਂ ਹੀ ਰੈਡੀ ਕਰ ਰੱਖਦੀ ਸਭ ਕੁਛ। ਮਾਂ ਐਸੀ ਚੀਜ਼ ਹੈ ਕਿ ਮਾਂ ਤੇ ਰੱਬ ਇੱਕੋ ਹੀ ਰੂਪ ਹੁੰਦੇ ਆ। ਮਾਂ ਜਿਹੜੀ ਆ ਉਹ ਪਹਿਲਾਂ ਹੀ ਦੇਖ, ਹੁਣ ਸਰਦੀ, ਅੱਜ ਮੀਂਹ ਪੈ ਗਿਆ, ਅੱਜ ਨਿਆਣੇ ਨੂੰ ਠੰਡ ਨਾ ਲੱਗ ਜੇ, ਪਤਾ ਨਹੀਂ ਰੱਬ ਨੇ ਉਹਦੇ ਅੰਦਰ ਕੀ ਇਹੋ ਜਿਹੀ ਚੀਜ਼ ਪਾਈ ਹੈ ਵੀ ਉਹਨੇ ਇਹੀ ਧਿਆਨ ਰੱਖਣਾ ਬਸ ਪਰਿਵਾਰ ਦਾ ਹੀ, ਕਿਹਨੇ ਕੀ ਖਾਣਾ, ਕਿਹਨੇ ਕੀ ਕਰਨਾ, ਹਰੇਕ ਦਾ ਧਿਆਨ ਰੱਖਣਾ। ਇਹ ਉਹੀ ਹੈ ਜਿਹੜੀ ਸਾਰੇ ਟੱਬਰ ਨੂੰ ਸਾਂਭ ਲੈਂਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਪ੍ਰਮਾਤਮਾ ਵੀ ਅੰਤਰਜਾਮੀ, ਉਹ ਸਾਰਿਆਂ ਦੀ ਉਹ ਮਾਂ ਹੈ, ਉਹ ਤਿੰਨਾਂ ਲੋਕਾਂ ਦੀ ਮਾਂ ਵੀ ਹੈ, ਪਿਤਾ ਵੀ ਹੈ। ਸਭ ਪਹਿਲਾਂ ਹੀ ਰੱਖਦਾ ਹਿਸਾਬ ਕਿਤਾਬ। ਕਣਕ ਪਹਿਲਾਂ ਹੀ ਭੇਜ ਦਿੰਦਾ ਸਾਰੇ ਸੰਸਾਰ 'ਚ, ਚੌਲ ਵੀ ਥੋੜ ਨਹੀਂ ਆਉਣ ਦਿੰਦਾ ਕਿਤੇ।
ਉਹ ਤਾਂ ਕੀ ਕਹਿਣਾ, ਕਿਸੇ ਨੇ ਜ਼ਿਆਦਾ ਹੀ ਗੁਨਾਹ ਕੀਤੇ ਉਹਨੂੰ ਸਜ਼ਾ ਦੇਣੀ ਵੱਖਰੀ ਗੱਲ ਹੈ ਉਹਦੀ। ਜਿਨ ਸੇਵਿਆ ਤਿਨ ਹੀ ਸੁਖ ਪਾਇਆ, ਸੋ ਜਨਮ ਨਾ ਜੂਐ ਹਾਰੀ ਜੀਉ। ਜਿਹਨੇ ਆਪ ਜੀ ਦੀ ਸੇਵਾ ਕੀਤੀ ਉਹਨਾਂ ਨੇ ਆਤਮਿਕ ਸੁਖ ਪ੍ਰਾਪਤ ਕੀਤਾ। ਹੌਲੀ ਹੌਲੀ ਸੁਖ ਮਿਲ ਹੀ ਜਾਂਦਾ ਉਹਦੀ ਕਿਰਪਾ ਨਾਲ। ਉਹ ਆਪਣੇ ਮਨੁੱਖ ਜਿਹੜੀ ਆ ਨਾ ਬਾਜੀ, ਮਨੁੱਖਾ ਜਨਮ ਦੀ ਬਾਜੀ, ਇਹਨੂੰ ਸੰਸਾਰ ਦੇ ਜੂਏ 'ਚ ਹਾਰ ਕੇ ਨਹੀਂ ਜਾਂਦੇ। ਰੱਬ ਦੇ ਪਿਆਰੇ ਜਿੱਤ ਕੇ ਜਾਂਦੇ ਨੇ ਜੇ ਥੋੜ੍ਹਾ ਜਿਹਾ ਟਿਕਾਓ ਰੱਖਣ, ਥੋੜ੍ਹੀ ਜਿਹੀ ਕਾਹਲਪਣਾ ਛੱਡ ਦੇਣ ਮਨ ਦਾ। ਨਾਮ ਅਵਖਦ ਜਿਨ ਜਨ ਤੇਰਾ ਪਾਇਆ, ਜਨਮ ਜਨਮ ਕਾ ਰੋਗ ਗਵਾਇਆ। ਜਿਹੜੇ ਬੰਦੇ ਨੇ, ਜਿਹੜੇ ਤੇਰੇ ਸੇਵਕ ਨੇ, ਉਹਨਾਂ ਵਾਹਿਗੁਰੂ ਪਰਮਾਤਮਾ ਦੇ ਨਾਮ ਰੂਪ ਦਾਰੂ ਨੂੰ ਪ੍ਰਾਪਤ ਕਰ ਲਿਆ। ਉਹਨਾਂ ਨੂੰ ਦਵਾਈ ਮਿਲ ਗਈ ਹੈ ਨਾਮ ਦੀ। ਉਹਨਾਂ ਨੇ ਜਨਮਾਂ ਜਨਮਾਂਤਰਾਂ ਦੇ ਅਗਿਆਨ, ਹਉਮੈ, ਇਹ ਜਿੰਨੇ ਵੀ ਰੋਗ ਨੇ ਸਾਰੇ ਹੀ ਗਵਾ ਲਏ। ਸਾਰੇ ਰੋਗ ਨੇ, ਕਿਉਂਕਿ ਪਰਮਾਤਮਾ ਦਾ ਨਾਮ, ਉਹਦਾ ਪ੍ਰਕਾਸ਼ ਐਸਾ, ਇਹ ਸਾਰੇ ਰੋਗਾਂ ਨੂੰ ਕੱਟਣ ਲਈ ਸਮਰੱਥ ਹੈ। ਕੱਟਣ ਨੂੰ ਕੀ, ਹੁਣ ਕੱਟ ਸਕਦੇ ਸਾਰਾ ਕੁਝ, ਪਰ ਫਿਰ ਸਾਰਿਆਂ ਨੂੰ ਆਦਤ ਪੈ ਜਾਣੀ। ਫਿਰ ਹਰੇਕ ਹੀ ਪਾਪ ਕਰਕੇ ਹਰੇਕ ਕਹਿ ਦਿਆ ਕਰੂਗਾ, ਆਹ ਕੱਟਿਓ ਜੀ ਮਾੜੇ ਜਿਹੇ ਪਾਪ ਮੇਰੇ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹੁਣ ਕਈ ਲੋਕ ਜਾਂਦੇ, ਲਓ ਜੀ ਮੇਰੇ ਹੁਣ ਨਹਾ ਕੇ ਪਾਪ ਕੱਟੇ ਗਏ। ਫਿਰ ਬਹੁਰ ਕਮਾਵੇ ਹੋਏ ਨਿਸੰਗ, ਫਿਰ ਕਮਾਉਣ ਲੱਗ ਜਾਂਦੇ ਪਾਪ। ਸਤਿਗੁਰੂ ਸੱਚੇ ਪਾਤਸ਼ਾਹ ਇਸ ਤਰ੍ਹਾਂ ਨਹੀਂ ਕਰਦੇ। ਮਹਾਰਾਜ ਕਹਿੰਦੇ ਯਾਰ ਪਾਪ ਕੀਤਾ ਤਾਂ ਉਹਨੂੰ ਤੈਨੂੰ ਗੁਨਾਹ ਭੁਗਤਣਾ ਵੀ ਪੈਣਾ। ਤੈਨੂੰ ਪਤਾ ਤਾਂ ਲੱਗੇ ਨਾ ਗੁਨਾਹ ਹੁੰਦਾ ਕੀ ਹੈ। ਤਾਂ ਆ ਜਾਂਦਾ ਗੁਨਾਹ ਕਰਕੇ, ਫਿਰ ਕਟਾਉਣ ਲੱਗ ਜਾਂਦਾ। ਐਦੋਂ ਕੱਲ੍ਹ ਨੂੰ ਫਿਰ ਹੋਰ ਗੁਨਾਹ ਕਰਦੇ ਆ, ਫਿਰ ਤੂੰ ਰੋਜ਼ ਹੀ ਕਿਹਾ ਕਰੇਂਗਾ ਚਲੋ ਹੁਣ ਗੁਨਾਹ ਹੀ ਕਰੀ ਜਾਓ, ਪਾਪ ਕੱਟੀ ਜਾਂਦਾ ਰੱਬ ਆਪੇ। ਇੱਦਾਂ ਨਹੀਂ ਕਰਦਾ। ਉਹਨੇ ਵੀ ਕਾਨੂੰਨ ਬਣਾ ਤੇ ਵੀ ਜੇ ਕਾਨੂੰਨ ਤੋੜਿਆ ਤਾਂ ਇਹਦਾ ਫਿਰ ਤੈਨੂੰ ਭੁਗਤਣਾ ਵੀ ਪੈਣਾ। ਮਹਾਰਾਜ ਇਹ ਤਾਂ ਬੜਾ ਲੰਬਾ ਟਾਈਮ ਦੇਤਾ। ਕਹਿੰਦੇ ਫਿਰ ਇੰਨਾ ਪਾਠ ਕਰ ਲਾ, ਫਿਰ ਛੱਡ ਦਿਆਂਗੇ। ਇਸ ਕਰਕੇ ਉਹਨਾਂ ਨੇ ਕੁਛ ਨਾ ਕੁਛ ਤਾਂ ਬਣਾਇਆ ਹੀ ਹੋਇਆ ਨਾ। ਕੋਈ ਬੰਦਾ ਗਲਤੀ ਕਰਦਾ, ਕਾਨੂੰਨ ਹੁੰਦੇ ਨੇ। ਸੋ ਰੇਲਵੇ 'ਚ ਲਿਖਿਆ ਇੰਡੀਆ 'ਚ ਬਈ ਜੇ ਕੋਈ ਬੰਦਾ ਆਹ ਗਲਤੀ ਕਰੂਗਾ 3 ਮਹੀਨੇ ਦੀ ਸਜ਼ਾ ਜਾਂ 2000 ਰੁਪਏ ਜੁਰਮਾਨਾ ਜਾਂ ਦੋਨੋਂ ਹੀ। ਇਹ ਵੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਗਲਤੀ ਕਰੇਗਾ ਸਜ਼ਾ ਵੀ ਭੁਗਤੇਗਾ, ਪਰ ਜੇ ਪਾਠ ਕਰੇਗਾ ਉਹਨੂੰ ਨਰਮ ਕਰ ਦਿਆਂਗੇ। ਪਰ ਇਹ ਨਹੀਂ ਹੁੰਦਾ ਕਿ ਅਸੀਂ ਗੁਨਾਹ ਕੀਤੇ ਹੋਏ ਤੇਰੇ ਨੂੰ ਕਹਿ ਦਈਏ ਚੱਲ ਸਾਡਾ ਲਾਡਲਾ ਪੁੱਤ ਹੈ, ਕੋਈ ਨਹੀਂ ਵਿਗਾੜ ਲਈਏ ਤੈਨੂੰ। ਇੱਥੇ ਤਾਂ ਕਰ ਲੇਗਾ ਮਨਮਾਨੀ, ਫਿਰ ਅੱਗੇ ਸੱਚਖੰਡ ਵਾਲਿਆਂ ਨੇ ਨਹੀਂ ਵੜਨ ਦੇਣਾ। ਉਹ ਕਹਿੰਦੇ ਇਹ ਜੀਵ ਤਾਂ ਬਹੁਤ ਜ਼ਿਆਦਾ ਗਲਤੀਆਂ ਦਾ ਭਰਿਆ ਪਿਆ। ਇਸ ਕਰਕੇ ਸਤਿਗੁਰੂ ਸਾਨੂੰ 12 ਮੰਨੀ ਸੁੱਧ ਕਰਾਇਆ। ਬਾਹੜ ਨਾਹੀ ਤਾਈ ਜਾਹੇ, ਪਹਿਲਾਂ ਹੀ ਇੰਨਾ ਸ਼ੁੱਧ ਕਰਦੇ, ਇੰਨਾ ਸ਼ੁੱਧ ਕਰਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸੱਚਖੰਡ ਦੇ ਯੋਗ ਬਣਾ ਦਿੰਦੇ ਨੇ। ਉੱਥੇ ਜਾਣਾ ਬਹੁਤ ਔਖਾ, ਉੱਥੇ ਸਤਿਗੁਰੂ ਆਪ ਯੋਗ ਬਣਾਉਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨਾਮ ਦੀ ਦਵਾਈ ਦੇਤੀ ਮਹਾਰਾਜ ਨੇ। ਮਹਾਰਾਜ ਇਹ ਦਵਾਈ ਹੈ ਕਿਹੜੀ, ਅਸੀਂ ਕਿੱਥੋਂ ਲਈਏ? ਹਰ ਕੀਰਤਨ ਗਾਵੋ ਦਿਨ ਰਾਤੀ, ਸਫਲ ਇਹਾ ਹੈ ਕਾਰੀ ਜੀਓ। ਇਹ ਕਾਰੀ ਨਾਮ ਹੈ ਹੀ ਦਵਾਈ ਦਾ। ਭਾਈ ਕਹਿੰਦੇ ਦਿਨ ਰਾਤ ਕੀਰਤਨ ਜਿਹੜਾ ਨਾ ਜਸ ਨੂੰ ਗਾਉਣਾ ਕਰੋ, ਕੀਰਤਨ ਕਰੋ। ਇਹ ਕਾਰ ਸਭ ਤੋਂ ਸਫਲ ਹੈ, ਵੱਡੀ ਕਾਰ। ਇਹ ਦਵਾਈ ਹੈ ਤੁਹਾਡੀ। ਇਸੇ ਦਵਾਈ ਨੂੰ ਜਪਣਾ ਕਰੋ। ਜਿਵੇਂ ਅੰਦਰ ਨੂੰ ਲਿਜਾਂਦੇ ਆ, ਇਸ ਤਰ੍ਹਾਂ ਵਾਹਿਗੁਰੂ ਮੰਤਰ ਅੰਦਰ ਨੂੰ ਲੈ ਜਾਓ। ਵਾਹਿਗੁਰੂ 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 ਜਪਦੇ ਆ। ਉਹ ਦੇਰ ਤਾਂ ਲੱਗ ਜਾਂਦੀ ਕਿਉਂਕਿ ਆਪਣਾ ਮਨ ਬਾਣੀ ਸਰੀਰ ਕਰਕੇ ਸਿਮਰਨ ਨਹੀਂ ਕਰਦੇ। ਮੂੰਹ ਨਾਲ ਵਾਹਿਗੁਰੂ ਵਾਹਿਗੁਰੂ ਕੀਤਾ, ਫਿਰ ਮਨ ਨਾਲ ਨਹੀਂ ਕੀਤਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਹੋਰ ਵੀ ਬਹੁਤ ਕੁਝ ਦੇਖਣਾ ਹੁੰਦਾ। ਸ਼ਰਧਾ ਭਾਵਨਾ ਕਿੰਨੀ ਕੁ ਹੈ। ਤੇ ਜੇ ਅੰਦਰ ਅੰਦਰ ਕਰੀ ਜਾਵੇ ਵੀ ਪਤਾ ਨਹੀਂ ਬਣਨਾ ਕਿ ਨਹੀਂ ਬਣਨਾ, ਫਿਰ ਵੀ ਲੇਟ ਹੋ ਜਾਂਦਾ ਕੰਮ। ਇਸ ਕਰਕੇ ਸਤਿਗੁਰੂ ਕਹਿੰਦੇ ਸਾਰਿਆਂ ਤੋਂ ਵਧੀਆ ਸਫਲ ਕਾਰ ਹੈ ਕੀਰਤਨ ਕਰੋ, ਉਹਦੀ ਉਹ ਪਰਮਾਤਮਾ ਦਾ ਜਸ ਕਰੋ। ਕੋਈ ਕੀਰਤਨ ਹੁਣ ਜੇ ਨਹੀਂ ਆਉਂਦਾ, ਮਹਾਰਾਜ ਸਾਨੂੰ ਕਿਹੜਾ ਬਾਜੇ ਜੋੜੀਆਂ ਆਉਂਦੀਆਂ, ਕੀਰਤਨ ਨਹੀਂ ਆਉਂਦਾ। ਅਸੀਂ ਸਤਿਗੁਰੂ ਕਹਿੰਦੇ ਮੈਂ ਤੈਨੂੰ ਕਿਹਾ ਬਾਜੇ ਜੋੜੀਆਂ ਨੂੰ ਸ਼ਬਦ ਗਾ, ਬਸ ਗਾਈ ਜਾ। ਜਪਜੀ ਸਾਹਿਬ ਗਾ ਕੇ ਪੜ੍ਹ ਲੈ, ਜਾਪ ਸਾਹਿਬ ਗਾਇਨ ਕਰ ਲੈ, ਰਹਿ ਰਾਸ ਗਾ ਰਹਾ ਰਹਾ ਕੇ ਪੜ੍ਹ ਲੈ। ਗਾਉਣ ਦਾ ਮਤਲਬ ਹੁੰਦਾ ਆਸ। ਜੇ ਗਾਵਾਂਗੇ ਤਾਂ ਹੌਲੀ ਹੋ ਜਾਵਾਂਗੇ ਆਪੇ, ਜੇ ਪੜਾਂਗੇ ਤਾਂ ਤੇਜ਼ ਪੜਾਂਗੇ। ਇਸ ਕਰਕੇ ਸਤਿਗੁਰੂ ਕਹਿੰਦੇ ਤੇਰਾ ਇਲਾਜ ਹੀ ਬਾਣੀ ਤੇਜ਼ ਪੜਾਉਣੋਂ। ਤੈਨੂੰ ਹੌਲੀ ਬਾਣੀ ਪੜਾਉਣ ਦਾ ਤਰੀਕਾ ਹੀ ਇਹ ਕਿ ਗਾ ਕੇ ਪੜ੍ਹ। ਜੇ ਗਾਏਗਾ ਤਾਂ ਆਪੇ ਹੌਲੀ ਪੜ੍ਹੇਗਾ, ਜੇ ਹੌਲੀ ਪੜ੍ਹੇਗਾ ਤਾਂ ਕੰਨਾਂ 'ਚ ਜਾਊਗੀ। ਜੀ ਕੰਨਾਂ 'ਚ ਜਾਊਗੀ ਤਾਂ ਸੁਣੇਗਾ, ਉਹਦੀ ਫਿਰ ਵਿਚਾਰ ਵੀ ਕਰੇਗਾ।
ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ, ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ। ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਧਾਰ ਕੇ ਆਪਣੇ ਦਾਸ ਨੂੰ ਕਹਿੰਦੇ ਆਪ ਹੀ ਸਵਾਰ ਲਿਆ ਜੀ, ਆਪਣੀ ਮਿਹਰ ਆਪੇ ਕਰ ਦਿੱਤੀ ਹੈ। ਅਸੀਂ ਕਿੱਥੇ ਸਵਰਨ ਜੋਗੇ ਸੀ, ਸਾਡੇ ਤਾਂ ਔਗਣ ਰੋਮ ਰੋਮ ਤਾਂ ਔਗਣ ਮਹਾਰਾਜ ਭਰੇ ਪਏ ਨੇ। ਅਸੀਂ ਇਹ ਤਾਂ ਤੁਸੀਂ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਹੀ ਮਿਹਰ ਕਰਤੀ, ਸਾਡੇ ਤੇ ਸਵਾਰ ਲਿਆ। ਉਹ ਦਾਸ ਨੇ ਸਭ ਹਿਰਦਿਆਂ 'ਚ ਸਾਰਿਆਂ ਦੇ ਵਿੱਚ ਅੰਦਰ ਪਾਰ ਬ੍ਰਹਮ ਨੂੰ ਪੂਰਨ ਰੂਪ ਜਾਣ ਕੇ ਫਿਰ ਮੱਥਾ ਟੇਕ ਦਿੱਤਾ ਸਾਰਿਆਂ ਨੂੰ ਹੀ। ਉਹ ਹਰੇਕ 'ਚ ਪ੍ਰਮਾਤਮਾ ਨੂੰ ਦੇਖੀ ਜਾਂਦੇ ਨੇ, ਹਰੇਕ 'ਚ ਦੇਖੀ ਜਾਂਦੇ ਨੇ। ਆਓ ਜੀ ਦੀਨ ਦਿਆਲ ਜੀ, ਜਿਵੇਂ ਕੋਈ ਮਹਾਂਪੁਰਖ ਸੀ ਉਹ ਹਰੇਕ ਨੂੰ ਹੀ ਆਓ ਜੀ ਦੀਨ ਦਿਆਲ ਜੀ, ਆਓ ਜੀ। ਬਾਬੇ ਅਜੀਤ ਸਿੰਘ ਨਥਮਲਪੁਰ ਵਾਲੇ ਉਹ ਹਰੇਕ ਨੂੰ ਆਓ ਠਾਕੁਰ ਜੀ, ਆਓ ਠਾਕੁਰ ਜੀ। ਉਹ ਕਹਿੰਦੇ ਹੈ ਹੀ ਸਾਰਿਆਂ 'ਚ ਬੈਠਾ ਆਪ ਹੀ ਹੈ, ਉਹ ਦੂਜਾ ਨਜ਼ਰ ਹੀ ਨਹੀਂ ਸੀ ਆਉਂਦਾ ਉਹਨਾਂ ਨੂੰ। ਇਸ ਕਰਕੇ ਉਹ ਵਾਹਿਗੁਰੂ ਪਰਮਾਤਮਾ ਸਾਰਿਆਂ ਦੇ ਅੰਦਰ ਦੇਖ ਕੇ, ਹੁਣ ਲੋਕ ਸਮਝਦੇ ਖਨੀ ਦਰਖਤ ਨੂੰ ਮੱਥਾ ਟੇਕਦਾ, ਲੋਕ ਸਮਝਦੇ ਸਰੀਰ ਨੂੰ ਮੱਥਾ ਟੇਕਦਾ, ਲੋਕ ਸਮਝਦੇ ਉਹਨੂੰ ਟੇਕਦਾ, ਪਰ ਉਹਨੂੰ ਪਤਾ ਕਿ ਉਹ ਤਾਂ ਜੋਤ ਨੂੰ ਮੱਥਾ ਟੇਕਦਾ। ਉਹ ਤਾਂ ਸਾਰਿਆਂ ਅੰਦਰ ਹੀ, ਉਹ ਜਿਹਨੂੰ ਦੇਖਦਾ ਉਹਨੂੰ ਹੀ ਮੱਥਾ ਟੇਕਣ ਲੱਗ ਜਾਂਦਾ। ਇਹਨੂੰ ਕੀ ਹੋਇਆ, ਇਹ ਬੰਦੇ ਨੂੰ ਨਹੀਂ ਟੇਕਦਾ। ਨਾਮਦੇਵ ਜੀ ਜਿਉਂ ਕੁੱਤੇ ਦੇ ਮਗਰ ਲੈ ਕੇ ਦੌੜੇ ਕੁੱਜਾ ਘਿਓ ਵਾਲਾ, ਉਹ ਮਹਾਰਾਜ ਠਹਿਰ ਜੋ, ਰੋਟੀ ਖੁਸ਼ਕ ਆ ਜੀ, ਘਿਓ ਲਾ ਕੇ ਛਕਿਓ। ਲੋਕੀ ਆਖਣ ਨਾਮਦੇਵ ਤੇ ਮਸਤਾਨਾ ਹੋ ਗਿਆ, ਕਮਲਾ ਹੋ ਗਿਆ। ਭਗਤ ਨਾਮਦੇਵ ਨੂੰ ਤਾਂ ਸਾਰਿਆਂ 'ਚ ਦੇ, ਉਹ ਤਾਂ ਸਰਕੰਡਾ ਵੱਢਣ ਗਏ ਤਾਂ ਉਹਨੂੰ ਮੱਥਾ ਟੇਕਣ ਲੱਗ ਗਏ। ਇਹਦੇ 'ਚ ਜੋਤ ਹੈ, ਉਹਨੂੰ ਦਿਖਦੀ ਸੀ ਉਹ ਹਰੇਕ ਚੀਜ਼ ਨੂੰ ਹੀ। ਉਹ ਜੇ ਸਾਰਿਆਂ 'ਚ ਦਿਖਦੀ ਉਹ ਕਿੱਧਰ ਨੂੰ ਨਾ ਹੱਥ ਜੋੜਨ। ਉਹ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ ਦੂਜਾ, ਨਜ਼ਰ ਹੀ ਨਹੀਂ ਆਉਂਦਾ ਉਹਨਾਂ ਨੂੰ। ਇੱਕ ਬਿਨ ਹੋਰ ਦੂਜਾ ਨਾਹੀਂ, ਬਾਬਾ ਨਾਨਕ ਇਹ ਮਤ ਸਾਰੀ ਜੀਓ। ਬਾਬਾ ਨਾਨਕ ਧੰਨ ਗੁਰੂ ਨਾਨਕ ਦੇਵ ਨੇ ਇਹ ਸਭ ਸਿੱਖਿਆ ਸਾਰੀ ਤੋਂ ਭਾਵ ਉਚਾਰਨਾ ਕੀਤੀ ਹੈ ਕਿ ਇੱਕ ਵਾਹਿਗੁਰੂ ਤੋਂ ਬਿਨਾਂ ਜਗਤ 'ਚ ਹੋਰ ਦੂਜਾ ਹੈ ਹੀ ਨਹੀਂ। ਪਰ ਉੱਥੇ ਤੱਕ ਬਿਰਤੀ ਲੈ ਕੇ ਜਾਣੀ ਪੈਂਦੀ ਹੈ ਅਭਿਆਸ ਕਰਕੇ। ਬਾਜ ਮਹੱਲਾ ਪੰਜਵਾ। ਮਨ ਤਨ ਰਤਾ ਰਾਮ ਪਿਆਰੇ, ਸਰਬਸ ਦੀਜੈ ਆਪਣਾ ਵਾਰੇ। ਪਿਆਰੇ ਪਰਮਾਤਮਾ ਦੇ ਨਾਲ, ਉਹਦੇ ਨਾਮ ਦੇ ਨਾਲ ਜਿਨ੍ਹਾਂ ਦਾ ਮਨ ਤੇ ਤਨ ਰੰਗਿਆ ਗਿਆ, ਉਹ ਕੀ ਕਰਦੇ ਨੇ, ਸਰਬਸ ਦੀਜੈ ਆਪਣਾ ਵਾਰੇ। ਕਹਿੰਦੇ ਉਹਨੂੰ ਆਪਣਾ ਸਾਰਾ ਸਰਬੰਸੀ ਵਾਰਨੇ ਕਰ ਦਿਓ, ਜਿਹਦੇ ਹਿਰਦੇ 'ਚ ਨਾਮ ਵਸ ਗਿਆ। ਜਿੱਥੇ ਉਹਦਾ ਪਰਮਾਤਮਾ ਦਾ ਨਾਮ ਵਾਸਾ ਕਰਦਾ ਬ੍ਰਹਮ ਗਿਆਨੀ ਦੇ ਹਿਰਦੇ 'ਚ। ਆਠ ਪਹਿਰ ਗੋਬਿੰਦ ਗੁਣ ਗਾਈਐ, ਵਿਸਰ ਨਾ ਕੋਈ ਸਾਸਾ ਜੀਓ। ਕਹਿੰਦੇ ਉਹ ਤੁਸੀਂ ਉਹਨਾਂ ਦੇ ਨਾਲ ਮਿਲ ਕੇ ਅੱਠੇ ਪਹਿਰ ਗੋਬਿੰਦ ਦੇ ਗੁਣ ਗਾਓ, ਕੋਈ ਸਵਾਸ ਵੀ ਖਾਲੀ ਨਾ ਜਾਵੇ। ਮਾਂ ਬਾਪ ਕਹਿੰਦੇ, ਸਾਨੂੰ ਵੀ ਕਹਿੰਦੇ ਹੁੰਦੇ ਸੀ, ਤੁਹਾਨੂੰ ਵੀ ਕਹਿੰਦੇ ਹੋਣੇ, ਕਿ ਕਲਾਸ ਦੇ ਵਿੱਚ ਉਹ ਨਿਆਣੇ ਦੇ ਕੋਲ ਬੈਠੋ ਜਿਹੜਾ ਚੰਗਾ ਵਧੀਆ ਨੰਬਰ ਲੈ ਕੇ ਪਾਸ ਹੁੰਦਾ, ਉਹ ਤੋਂ ਸਿੱਖਿਆ ਕਰੋ ਬਹਿ ਕੇ। ਨਲਾਇਕ ਜੇ ਨਿਆਣੇ ਕੋਲ ਬਹਿ ਕੇ ਫਿਰ ਨਲਾਇਕ ਜੀਆਂ ਆਦਤਾਂ ਬਣ ਜਾਂਦੀਆਂ, ਜਿਹਦੀਆਂ ਗੰਦੀਆਂ ਆਦਤਾਂ ਉਹ ਨਿਆਣੇ ਵਿਗਾੜ ਦਿੰਦੇ ਦੂਜੇ ਵੀ। ਉਹ ਕਹਿੰਦੇ ਪੜ੍ਹਨ ਦੀ ਕੀ ਲੋੜ ਆ, ਜੋ ਨਸ਼ਾ ਪੱਤਾ ਕਰਦੇ ਆ ਉਹ ਨਸ਼ੇ ਪੱਤੇ ਹੀ ਕਰਾਉਣ ਲਾਉਂਦੇ ਸਾਰੇ ਨਿਆਣਿਆਂ ਨੂੰ। ਜਿਹੜੇ ਲਾਇਕ ਪੁੱਤ ਹੁੰਦੇ ਨੇ, ਜਿਵੇਂ ਫਸਟ ਡਿਵੀਜ਼ਨਾਂ ਲੈਣੀਆਂ, ਉਹ ਪਰੇ ਬਹਿ ਕੇ ਪੜ੍ਹਦੇ ਨੇ। ਕਹਿੰਦੇ ਉਹਨਾਂ ਦੇ ਕੋਲ ਬੈਠੀ, ਜਿਹੜਾ ਪੜ੍ਹਨ ਵਾਲਾ ਵਿਦਿਆਰਥੀ ਉਹਦੇ ਕੋਲ ਬੈਠੀ, ਹੋਰ ਕੋਲ ਨਾ ਬਹਿ ਜੀ ਕਿਤੇ। ਦੁਨੀਆ ਵਿੱਚ ਵੀ ਇਸੇ ਤਰ੍ਹਾਂ ਹੀ ਜਦੋਂ ਜਿਉਣਾ ਤੱਕ ਜੇ ਅਭਿਆਸੀ ਕੋਈ ਨਾਮ ਰਸੀਏ, ਹਿਰਦੇ 'ਚ ਨਾਮ ਦਾ ਵਾਸਾ, ਉੱਥੇ ਬੈਠੋ। ਉਹ ਜਦੋਂ ਕੋਲ ਬੈਠੋਗੇ ਤਾਂ ਚੰਗੀ ਗੱਲ ਹੀ ਕਰੂਗਾ ਉਹ। ਸੋਈ ਸਾਜਨ ਮੀਤ ਪਿਆਰਾ, ਰਾਮ ਨਾਮ ਸਾਧ ਸੰਗ ਵਿਚਾਰਾ। ਕਹਿੰਦੇ ਉਹੀ ਮੇਰਾ ਸੱਜਣ ਤੇ ਪਿਆਰਾ ਮਿੱਤਰ ਹੈ, ਜਿਹਨੇ ਸੰਤਾਂ ਦੀ ਸੰਗਤ 'ਚ ਬਹਿ ਕੇ ਵਾਹਿਗੁਰੂ ਵਾਹਿਗੁਰੂ ਜਪਿਆ ਤੇ ਵਿਚਾਰਿਆ। ਦੂਜੇ ਦੀ ਮੈਨੂੰ ਇੰਨੀ ਨਹੀਂ ਪਿਆਰਤਾ ਹੈ। ਮਹਾਰਾਜ ਕਹਿੰਦੇ ਨੇ ਉਹ ਸੱਜਣ ਹੈ, ਉਹੀ ਮਿੱਤਰ ਹੈ, ਜਿਨ੍ਹਾਂ ਨੇ ਬੈਠ ਕੇ ਨਾਲ ਗੁਰਮੁਖਾਂ ਦੇ ਨਾਮ ਜਪਿਆ, ਸੰਤਾਂ ਮਹਾਤਮਾ ਕੋਲ ਬੈਠ ਕੇ ਜਪਿਆ। ਕਿਉਂਕਿ ਕਿਰਪਾ ਦ੍ਰਿਸ਼ਟੀ ਉਧਰ ਨੂੰ ਹੁੰਦੀ ਹੈ, ਰੱਬ ਦੇ ਪਿਆਰਿਆਂ ਉੱਤੇ ਕਿਰਪਾ ਦ੍ਰਿਸ਼ਟੀ ਤਾਂ ਹੁੰਦੀ ਹੁੰਦੀ ਹੈ, ਪਰ ਜਿਹੜੇ ਉਹਦੇ ਕੋਲ ਬੈਠ ਜਾਂਦੇ ਨੇ ਉਹਦੇ ਉੱਤੇ ਵੀ ਕਿਰਪਾ ਹੋ ਜਾਂਦੀ ਹੈ। ਮਾੜੇ ਦੇ ਕੋਲ ਬੈਠਾਂਗੇ ਤਾਂ ਮਹਾਰਾਜ ਬਾਣੀ 'ਚ ਪੰਕਤੀ ਲਿਖਦੇ ਨੇ ਕਿ ਸੰਗ ਕੁਸੰਗੀ ਬੈਠ ਤੇ ਤਬ ਪੁੱਛੈ ਧਰਮ ਰਾਏ। ਜਿਹੜੇ ਕੁਸੰਗੀਆਂ ਦੇ ਸੰਗ 'ਚ ਬਹਿੰਦੇ ਨੇ ਧਰਮ ਰਾਜਾ ਉਹਨਾਂ ਨੂੰ ਪੁੱਛ ਤੂੰ ਉੱਥੇ ਕੀ ਬੈਠਾ ਕਰਦਾ ਸੀ। ਜਿਵੇਂ ਆਮ ਤੌਰ 'ਤੇ ਕਈ ਬੰਦੇ, ਕੋਈ ਗਲਤ ਬੰਦੇ ਆ, ਗਲਤ ਖਾਣੇ ਪੀਣੇ ਕਰਦੇ, ਕੋਈ ਬੰਦਾ ਉੱਦਾਂ ਹੀ ਬੈਠਾ ਲੱਗ ਗਿਆ, ਆਪਾਂ ਵੀ ਸ਼ੱਕ ਕਰਦੇ ਹਾਂ ਵੀ ਉਹ ਵੀ ਨਾਲ ਖਾਈ ਪੀ ਜਾਂਦਾ ਬੈਠਾ। ਜਦੋਂ ਉਹ ਆਇਆ ਵੀ ਤੂੰ ਉੱਥੇ ਹੀ ਕਰਦਾ,
ਉਹ ਵੈਸੇ ਹੀ ਆਪਣੇ ਮਿੱਤਰ ਦੋਸਤ ਆ, ਮੈਂ ਤਾਂ ਕੁਝ ਨਹੀਂ ਕਰਦਾ, ਉਦੋਂ ਮੈਂ ਖਾਂਦਾ ਨਹੀਂ ਕੁਛ। ਕਹਿੰਦੇ ਹੈ ਤਾਂ ਤੇਰੀ ਗਲਤੀ। ਗਲਤ ਬੰਦਿਆਂ ਦੇ ਕੋਲ ਬਹਿਣਾ ਵੀ ਗੁਨਾਹ ਹੋ ਜਾਂਦਾ ਹੈ। ਗਲਤ ਬੰਦਿਆਂ ਦੇ ਕੋਲ ਬੈਠ ਕੇ ਪਾਪ ਲੱਗਦਾ। ਮਹਾਰਾਜ ਕਹਿੰਦੇ ਚੰਗੇ ਬੰਦਿਆਂ ਦੇ ਕੋਲ ਬੈਠ ਜਾਓ, ਉਹਨਾਂ ਦੇ ਕੋਲ ਬਹਿਣ ਦਾ ਹੀ ਪੁੰਨ ਲੱਗ ਜਾਂਦਾ, ਕਿਉਂਕਿ ਵਾਹਿਗੁਰੂ ਦੀ ਨਿਗਾਹ ਚੰਗਿਆਂ ਤੇ ਹੁੰਦੀ, ਸਾਡੇ ਤੇ ਵੀ ਪੈ ਜਾਂਦੀ ਨਾਲ ਹੀ। ਸਾਧੂ ਸੰਗ ਤਰੀਜੈ ਸਾਗਰ, ਕੱਟਿਆ ਜਮ ਕੀ ਫਾਸਾ ਜੀਓ। ਸਾਧੂਆਂ ਦੀ ਸੰਗਤ 'ਚ ਬਹਿ ਕੇ ਵਾਹਿਗੁਰੂ ਵਾਹਿਗੁਰੂ ਵਿਚਾਰਨ ਕਰਕੇ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ, ਤੇ ਜਮਾਂ ਦੀ ਫਾਹੀ ਵੀ ਕੱਟੀ ਜਾਂਦੀ ਹੈ। ਕਿਉਂਕਿ ਜਿੱਥੇ ਨਾਮ ਹੈ, ਨਾਮ ਦੀ ਤਾਕਤ ਨੂੰ ਆਪਾਂ ਸਮਝਦੇ ਬਹੁਤ ਵੱਡੀ ਤਾਕਤ। ਨਾਮ ਜਪਣ ਵਾਲੇ ਮਹਾਤਮਾ ਦੇ ਕੋਲ ਬੈਠ ਕੇ ਸਿਮਰਨ ਕਰਨ ਦੇ ਨਾਲ ਹੀ ਸਭ ਕੁਝ ਬਦਲ ਜਾਂਦਾ, ਆਪਣੇ ਆਪ ਹੀ ਸੁਭਾਵਿਕ ਹੀ ਸਭ ਕੁਝ ਮਿਲ ਜਾਂਦਾ ਹੈ। ਕੀ ਮਿਲ ਜਾਂਦਾ ਜੀ ਉੱਥੇ ਬਹਿ ਕੇ? ਚਾਰ ਪਦਾਰਥ ਹਰ ਕੀ ਸੇਵਾ, ਪਾਰ ਜਾਤ ਜਪ ਅਲਖ ਭੇਵਾ। ਕਹਿੰਦੇ ਹਰੀ ਦੀ ਸੇਵਾ ਵਿੱਚ ਚਾਰ ਪਦਾਰਥਾਂ ਦੀ ਪ੍ਰਾਪਤੀ ਹੈ। ਨਾਮ ਸਿਮਰਨ ਕਰੀ ਜਾਓ, ਚਾਰੇ ਪਦਾਰਥ ਮਿਲ ਜਾਣ। ਧਰਮ, ਅਰਥ, ਕਾਮ, ਮੋਖ। ਧਰਮੀ ਹੋਣਾ, ਪੈਸੇ ਟਕੇ ਦਾ ਮਸਲੇ ਦਾ ਹੱਲ ਹੋਣਾ, ਅਰਥ ਸ਼ਾਸਤਰ, ਔਰ ਕਾਮਨਾ ਪੂਰੀ ਹੋ ਜਾਣੀ, ਮੋਕਸ਼ ਮੁਕਤੀ ਮਿਲ ਜਾਣੀ। ਅਲੱਖ ਭੇਵ ਦੇ ਜਪਣੇ ਵਿੱਚ ਹੀ ਪਾਰ ਜਾਤ ਜਿਹੜਾ ਕਲਪ ਬ੍ਰਿਛ ਵਾਂਗੂ ਮਨ ਬਾਂਛਤ ਪਦਾਰਥਾਂ ਦੀ ਪ੍ਰਾਪਤੀ ਹੈ। ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਧਿਨ ਹਰ ਹਰ ਗੁਣ ਗਾਮ। ਕਾਮ ਕ੍ਰੋਧ ਕਿਲ ਬਿਖ ਗੁਰ ਕਾਟੇ, ਪੂਰਨ ਹੋਏ ਆਸਾ ਜੀਓ। ਕਾਮ ਕ੍ਰੋਧ ਆਦਿਕਾਂ ਨੂੰ ਸਾਰਿਆਂ ਨੂੰ ਤੇ ਚਾਰੇ ਕਿਲ ਬਿਖਾਂ ਨੂੰ ਗੁਰਾਂ ਨੇ ਕਿਰਪਾ ਕਰਕੇ ਕੱਟ ਦਿੱਤਾ। ਇਸ ਲਈ ਸਾਡੀ ਜਿਹੜੀ ਆਸਾ ਸੀ ਉਹ ਪੂਰਨ ਹੋ ਗਈ ਹੈ। ਪੂਰਨ ਭਾਗ ਭਏ ਜਿਸ ਪ੍ਰਾਣੀ, ਸਾਧ ਸੰਗ ਮਿਲੇ ਸਾਰੰਗ ਪਾਣੀ। ਜਿਨ੍ਹਾਂ ਬੰਦਿਆਂ ਦੇ ਭਾਗ ਉੱਤਮ ਨੇ, ਚੰਗੇ ਭਾਗ ਪ੍ਰਗਟ ਹੋਏ ਨੇ, ਪਿਛਲੀ ਕੀਤੀ ਹੋਈ ਕਮਾਈ ਜਮ੍ਹਾਂ ਪਈ ਸੀ, ਪੁੰਨ ਇਕੱਠੇ ਹੋ ਗਏ, ਜਦ ਉਹਨੂੰ ਸਤਸੰਗਤ ਵਿੱਚੋਂ ਪਰਮਾਤਮਾ ਮਿਲਿਆ। ਜਦ ਬਹੁਤੇ ਪੁੰਨ ਇਕੱਠੇ ਹੋ ਜਾਣ, ਮਤਲਬ ਕਿ ਜਿਹਦਾ ਰੈਕਟ ਠੀਕ ਹੈ, ਰੈਕਟ ਦੇਖਦੇ ਤੇ ਪਿਛਲੇ ਬਈ 15 ਸਾਲਾਂ ਤੋਂ ਕੋਈ ਟਿਕਟ ਨਹੀਂ ਮਿਲੀ, ਕੋਈ ਨੰਬਰ ਨਹੀਂ ਕੱਟਿਆ ਗਿਆ। ਰੈਕਟ ਠੀਕ ਹੋਵੇ ਤਾਂ ਕਹਿੰਦੇ ਚੱਲ ਇੱਕ ਵਾਰ ਤੈਨੂੰ ਛੱਡ ਦਿੰਦੇ ਆ, ਕਿਉਂ ਤੇਰਾ ਪਿਛਲਾ ਰੈਕਟ ਬਹੁਤ ਅੱਛਾ ਹੈ। ਸਤਿਗੁਰੂ ਵੀ ਦੇਖਦੇ ਕਿ ਬੰਦੇ ਨੇ ਕੋਈ ਗੁਨਾਹ ਹੀ ਨਹੀਂ ਕੀਤਾ, ਬਹੁਤ ਚੰਗਾ ਪੁਰਸ਼ ਹੈ, ਪੁੰਨ ਬੜੇ ਹੈ ਇਹਦੇ, ਉਹਦੇ ਉੱਤੇ ਸਤਿਗੁਰੂ ਬਖਸ਼ਿਸ਼ ਕਰ ਦਿੰਦੇ ਨੇ, ਸਤਿਗੁਰੂ ਉਹਦੇ ਤੇ ਕਿਰਪਾ ਕਰ ਦਿੰਦੇ ਨੇ। ਨਾਨਕ ਨਾਮ ਵਸਿਆ ਜਿਸ ਅੰਤਰ, ਪ੍ਰਵਾਣ ਗਿਰਸਤ ਉਦਾਸਾ ਜੀਓ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹਦੇ ਮਨ ਦੇ ਅੰਦਰ ਵਾਹਿਗੁਰੂ ਦਾ ਨਾਮ ਵਸ ਗਿਆ, ਭਾਵੇਂ ਉਹ ਗ੍ਰਸਤੀ ਹੈ, ਭਾਵੇਂ ਉਹ ਉਦਾਸਾ ਸਾਧੂਪਣੇ 'ਚ ਹੈ, ਪਰ ਉਹ ਪ੍ਰਵਾਣ ਹੋ ਗਿਆ। ਗ੍ਰਸਤ ਵਿੱਚ ਰਹਿੰਦਾ ਹੋਇਆ ਉਹੀ ਜਿਹੜਾ ਉਦਾਸ ਬਿਰਤੀ 'ਚ ਰਹਿੰਦਾ, ਉਹ ਸਾਧੂਆਂ ਵਾਂਗੂ ਪ੍ਰਮਾਣਿਕ ਹੋ ਜਾਂਦਾ। ਕਈ ਗ੍ਰਸਤੀ ਸਾਧੂ ਬਹੁਤ ਵੱਡੇ ਨੇ, ਕਈ ਜੰਗਲਾਂ 'ਚ ਬੈਠ ਕੇ ਵੀ ਹਲੇ ਪੂਰੇ ਨਹੀਂ ਹੋਏ, ਕਈ ਗ੍ਰਸਤੀ ਵਿੱਚ ਰਹਿੰਦੇ ਹੋਏ ਕੱਪੜੇ ਹੀ ਨਹੀਂ, ਜਟਕੇ ਜੇ ਕੱਪੜੇ ਪਾਏ ਪਤਾ ਹੀ ਨਹੀਂ ਲੱਗਦਾ। ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਵੀ ਨਹੀਂ ਉਨੀ ਉੱਚੀ ਅਵਸਥਾ ਹੋਣੀ ਵੀ ਇਹਦੀ। ਸੋ ਇਸ ਕਰਕੇ ਐਸੇ ਸਾਧੂ ਸੰਤ ਜਨ ਗ੍ਰਸਤ ਵਿੱਚ ਮਾਰਗ 'ਚ ਬੈਠੇ ਨੇ, ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਸਾਰੀ ਜ਼ਿੰਦਗੀ, ਉਹ ਵੀ ਰੱਬ ਦੇ ਪਿਆਰੇ ਨੇ। ਮਾਝ ਮਹੱਲਾ ਪੰਜਵਾ। ਸਿਮਰਤ ਨਾਮ ਹਿਰਦੈ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ। ਜਿਹਨੇ ਹਿਰਦੇ 'ਚ ਨਾਮ ਸਿਮਰਿਆ ਹੈ ਨਾ, ਉਹਨੇ ਸੁਖ ਪਾਇਆ। ਹਿਰਦੇ 'ਚ ਧਿਆਨ ਧਰ ਕੇ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਦਾ ਅਭਿਆਸ ਕਰਨਾ। ਬਾਬਾ ਹਰਨਾਮ ਸਿੰਘ ਜੀ ਦੀ ਇਹੀ ਚੀਜ਼ ਸੀ ਕਿ ਉਹ ਕਹਿੰਦੇ ਮੈਂ ਰਾਤ ਨੂੰ ਜਦ ਬਹਿੰਦਾ ਸੀ ਤਾਂ ਹਿਰਦੇ 'ਚ ਧਿਆਨ ਧਰ ਕੇ ਮੂਲ ਮੰਤਰ ਦਾ ਅਭਿਆਸ ਕਰੀ ਜਾਣਾ। ਫੇਰ ਕੀ ਹੋਇਆ? ਕਹਿੰਦੇ ਕਰ ਕਿਰਪਾ ਭਗਤੀ ਪ੍ਰਗਟਾਇਆ। ਜਿਸ ਉੱਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਉਹਨੂੰ ਭਗਤੀ ਦਾ ਰਸ ਪ੍ਰਗਟ ਕਰ ਦਿੱਤਾ, ਭਗਤਾਂ ਨੂੰ ਵੀ ਸੰਸਾਰ 'ਚ ਪ੍ਰਗਟ ਕਰ ਦਿੱਤਾ। ਕਰ ਕਿਰਪਾ ਭਗਤੀ ਪ੍ਰਗਟਾਇਆ। ਵਾਹਿਗੁਰੂ ਨੇ ਕਿਰਪਾ ਕਰਕੇ ਉਹਨਾਂ ਦੇ ਅੰਦਰ ਜਿਹੜਾ ਸੀ ਭਗਤਾਂ ਨੂੰ ਆਪ ਹੀ ਪ੍ਰਗਟ ਕਰ ਦਿੱਤਾ, ਆਪਣਾ ਸਰੂਪ ਦਿਖਾ ਦਿੱਤਾ। ਜਿਹੜਾ ਸਰੂਪ ਆਪਣਾ ਹੈ ਆਤਮਾ, ਉਹੀ ਪਰਮਾਤਮਾ ਹੈ। ਇਹ ਵਿਚਕਾਰ ਜਿਹੜੀ ਮਿੱਟੀ ਜੀ ਪਈ ਹੈ, ਸਰੀਰ ਜਾਂ ਜਾਤਾਂ ਗੋਤਾਂ ਪਾਤਾਂ ਪੈਸੇ ਧਨ ਦੌਲਤ ਪਦਾਰਥ, ਇਹ ਵਿਚਾਲੇ ਸਭ ਅੜਿੱਕਾ ਹੀ ਅੜਿੱਕਾ ਹੈ, ਵਿਘਨ ਹੀ ਵਿਘਨ ਹੈ ਵਿਚਾਲੇ। ਮਹਾਰਾਜ ਕਿਰਪਾ ਕਰਕੇ ਉਹਨੂੰ ਆਪਣਾ ਸਰੂਪ ਹੀ ਪ੍ਰਗਟ ਕਰਕੇ ਦਿਖਾਉਂਦੇ ਨੇ, ਜਿਨ੍ਹਾਂ ਨੇ ਹਿਰਦੇ 'ਚ ਵਾਸਾ ਹੋ ਗਿਆ ਨਾਮ ਦਾ। ਸੰਤ ਸੰਗ ਮਿਲ ਹਰ ਹਰ ਜਪਿਆ, ਬਿਨ ਸੇ ਆਲਸ ਰੋਗਾ ਜੀਓ। ਹੁਣ ਘਰੇ ਰਹਿੰਦੇ ਆ ਬੰਦਾ ਦਲਿਦਰੀ ਹੋ ਜਾਂਦਾ, ਆਲਸ ਪੈ ਗਿਆ,
ਘਰੇ ਕਿਹੜਾ ਕਿਸੇ ਨੇ ਠਾਉਣਾ ਆ ਕੇ, ਕਹਿੰਦੇ ਆਪਣੀ ਮਰਜ਼ੀ ਨਾਲ ਆਪਣੇ ਘਰੇ ਪਿਆ ਕੁੰਡੀਆਂ ਲਾ ਕੇ ਕੋਈ ਠਾਉਂਦਾ। ਪਰ ਜਦੋਂ ਕਹਿੰਦੇ ਸੰਤਾਂ ਦੀ ਸੰਗਤ ਕਰਦਾ ਉੱਥੇ ਸੁੱਤੇ ਸਿੱਧੀ ਜਾਗ ਆ ਜਾਂਦੀ। ਉਹ ਤੜਕੇ 2 ਵਜੇ ਉੱਠ ਜਾਂਦੇ ਨੇ, ਉਹਨਾਂ ਦੇ ਨਾਲ ਦੇ ਵੀ ਸਾਰੇ ਉੱਠ ਗਏ ਨੇ, ਫਿਰ ਆਪ ਵੀ ਬੰਦਾ ਉੱਠ ਜਾਂਦਾ, ਚਲੋ ਬਈ ਸਾਰੇ ਉੱਠ ਖੜੇ ਆਪਾਂ ਵੀ ਨਹਾਈਏ। ਘਰੇ ਸਾਰੇ ਸੁੱਤੇ ਰਹਿੰਦੇ ਨੇ ਇੱਕ ਦੂਜੇ ਤੋਂ ਗਾਹਾਂ, ਹਲੇ ਲੈ ਉਹ ਨਹੀਂ ਉੱਠਿਆ ਕਰਕੇ 10 ਵਜਾ ਆਉਂਦੇ, ਸੁੱਤੇ ਹੀ ਰਹਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਨੇ ਸੰਤਾਂ ਨਾਲ ਮਿਲ ਕੇ ਵਾਹਿਗੁਰੂ ਵਾਹਿਗੁਰੂ ਨਾਮ ਜਪਿਆ ਉਹਦੇ ਸਰੀਰ ਵਿੱਚੋਂ ਹੌਲੀ ਹੌਲੀ ਆਲਸ ਵਰਗੇ ਸਾਰੇ ਰੋਗ ਨਾਸ ਹੀ ਹੋ ਜਾਂਦੇ ਨੇ। ਕਿਉਂਕਿ ਸੰਤਾਂ ਨਾਲ ਰਹਿ ਕੇ ਇੰਨੀ ਜ਼ਿਆਦਾ ਸਰੀਰ ਨੂੰ ਖਿੱਚਦੇ ਨੇ, ਉਹ ਕਿੱਥੇ ਸੌਣ ਦਿੰਦੇ, ਕਿੱਥੇ ਟਾਈਮ ਸਿਰ ਰੋਟੀ ਖਾਣ ਦੇਣੀ, ਉਹਨੂੰ ਖਿੱਚੀ ਰੱਖਣਾ ਬਸ। ਉਹ ਬੰਦਾ ਉਹੋ ਜਿਹੀ ਬਣ ਜਾਂਦਾ ਸ਼ੁਰੂ ਤੋਂ ਲੈ ਕੇ। ਤੇ ਜਿਹੜੇ ਬੰਦੇ ਘਰਾਂ 'ਚ ਬੈਠੇ ਨੇ ਜਿਨ੍ਹਾਂ ਨੇ ਕਦੇ ਉੱਠ ਕੇ ਨਹੀਂ ਦੇਖਿਆ, ਕਦੇ ਉਹ ਲੈ ਜੀ 2 ਵਜੇ ਉੱਠਣਾ ਕਿਤੇ ਸੌਖਾ, ਕਿਉਂਕਿ ਉਹ ਰਿਹਾ ਹੀ ਨਹੀਂ ਕਿਤੇ। 100 ਪਾਠ ਇਹ ਤਾਂ ਔਖਾ, 100 ਪਾਠ ਤਾਂ ਹੋ ਹੀ ਨਹੀਂ ਸਕਦਾ, ਕੋਈ ਕਰ ਹੀ ਨਹੀਂ ਸਕਦਾ। ਇਹ ਤਾਂ ਖੂਹ ਦੇ ਡੱਡੂ ਵਾਲੀ ਗੱਲ ਹੋ ਗਈ, ਜਿਵੇਂ ਹੰਸ ਖੂਹ ਦੀ ਮੌਣ ਤੇ ਬਹਿ ਗਿਆ ਉੱਡ ਕੇ ਕਿਤੋਂ, ਖੂਹ ਦੇ ਸਾਈਡ ਤੇ ਜਿਹੜਾ ਬੰਨਾ ਜਿਹਾ ਬਣਿਆ ਹੁੰਦਾ ਉਹ ਤੇ ਬੈਠਾ, ਅੰਦਰ ਖੂਹ 'ਚ ਡੱਡੂ ਬੈਠਾ। ਉਹ ਕਹਿੰਦਾ ਸੁਣਾ ਮਿੱਤਰ ਕਿੱਥੋਂ ਆਇਆ? ਕਹਿੰਦਾ ਮਾਨਸਰੋਵਰ ਤੋਂ ਆਇਆ। ਕਹਿੰਦਾ ਮਾਨਸਰੋਵਰ ਉਹ ਕਿੱਥੇ? ਕਹਿੰਦੇ ਉਹ ਬਹੁਤ ਦੂਰ ਆ ਪਹਾੜਾਂ 'ਚ। ਕਹਿੰਦੇ ਅੱਛਾ ਕਾਫੀ ਵੱਡਾ? ਕਹਿੰਦੇ ਹਾਂ। ਡੱਡੂ ਨੇ ਇੱਕ ਛਾਲ ਮਾਰੀ ਖੂਹ 'ਚ, ਇੱਕ ਮਾੜੀ ਜਿਹੀ ਛਾਲ ਟਪੂਸੀ ਜੀ ਮਾਰੀ। ਕਹਿੰਦਾ ਇੰਨਾ ਵੱਡਾ? ਹੰਸ ਦਾ ਹਾਸਾ ਨਿਕਲ ਗਿਆ। ਉਹ ਨਹੀਂ ਭਰਾ ਤੂੰ ਤਾਂ ਖੂਹ ਦਾ ਡੱਡੂ ਹੈ, ਇੰਨਾ ਨਹੀਂ, ਉਹ ਬਹੁਤ ਵੱਡਾ। ਫਿਰ ਇੱਕ ਹੋਰ ਛਾਲ ਮਾਰੀ, ਇੰਨਾ ਵੱਡਾ? ਨਹੀਂ। ਫਿਰ ਇੱਕ ਹੋਰ ਛਾਲ ਮਾਰੀ, ਖੂਹ ਦਾ ਪਰਲਾ ਪਾਸਾ ਆ ਗਿਆ। ਕਹਿੰਦੇ ਇੰਨਾ ਵੱਡਾ ਮਾਨਸਰੋਵਰ? ਉਹ ਨਹੀਂ, ਉਹ ਤਾਂ ਬਹੁਤ ਜ਼ਿਆਦਾ ਵੱਡਾ ਮਾਨਸਰੋਵਰ। ਡੱਡੂ ਕਹਿੰਦਾ ਜਾ ਝੂਠ ਬੋਲਦਾ, ਇਹਨੂੰ ਇਹ ਤੋਂ ਵੱਡਾ ਹੋ ਹੀ ਨਹੀਂ ਸਕਦਾ ਕੁਛ। ਇਸੇ ਤਰ੍ਹਾਂ ਇਹ ਪ੍ਰਮਾਣ ਹੈ, ਇਹਦੇ ਉੱਤੇ ਦਾ ਦ੍ਰਿਸ਼ਟਾਂਤ ਕੀ ਹੈ? ਕੋਈ ਬ੍ਰਹਮ ਗਿਆਨੀ ਤਤਵੇਤਾ ਮਹਾਤਮਾ ਤੁਰੇ ਜਾਂਦੇ, ਕੋਈ ਗ੍ਰਸਤੀ ਨੇ ਬੇਨਤੀ ਕੀਤੀ ਮਹਾਰਾਜ ਪ੍ਰਸ਼ਾਦਾ ਪਾਣੀ ਛਕ ਜਾਓ, ਉਹ ਸੱਜ ਗਏ ਉੱਥੇ। ਮਹਾਤਮਾ ਨੇ ਨਿਗਾਹ ਮਾਰੀ ਚਾਰੇ ਪਾਸੇ, ਕੋਈ ਨਾਮ ਦੀ ਕਣੀ ਨਜ਼ਰ ਨਹੀਂ ਆਉਂਦੀ, ਲੱਗਦਾ ਨਹੀਂ ਕਿ ਪਰਿਵਾਰ ਨਾਮ ਜਪਦਾ ਹੈ। ਕਹਿੰਦੇ ਭਾਈ ਗੁਰਮੁਖੋ ਕਦੇ ਬ੍ਰਹਮਾਨੰਦ ਵੀ ਮਾਣਿਆ ਕਰੋ, ਨਾਮ ਜਪਿਆ ਕਰੋ, ਰੋਟੀਆਂ ਖਾ ਕੇ ਤਾਂ ਹਰੇਕ ਨੇ ਚਲੇ ਜਾਣਾ ਦੁਨੀਆ 'ਚ। ਕਹਿੰਦੇ ਬ੍ਰਹਮਾਨੰਦ ਮਹਾਰਾਜ ਜੀ ਕੀ ਹੁੰਦਾ? ਉਹ ਕੀ ਚੀਜ਼ ਹੁੰਦੀ ਹੈ? ਕਹਿੰਦੇ ਬ੍ਰਹਮਾਨੰਦ ਬਹੁਤ ਉੱਚੀ ਅਵਸਥਾ, ਬਹੁਤ ਆਨੰਦ ਹੈ ਉੱਥੇ। ਹੁਣ ਗ੍ਰਸਤੀ ਨੇ ਡੱਡੂ ਵਾਂਗੂ ਇੱਕ ਛਾਲ ਮਾਰਤੀ। ਕਹਿੰਦਾ ਅੱਛਾ ਮੈਂ ਸਮਝ ਗਿਆ, ਜਿਵੇਂ ਆਪਣੇ ਘਰਾਂ ਦੇ ਵਿੱਚ ਵੀ ਲੜਕਾ ਹੁੰਦਾ, ਜਿਵੇਂ ਇੰਨੀ ਖੁਸ਼ੀ ਹੁੰਦੀ ਹੋਣੀ ਹੈ। ਉਹ ਕਹਿੰਦੇ ਜਾ ਇੱਥੇ ਹੀ ਬੈਠਾ ਤੂੰ ਹਲੇ ਤੱਕ? ਉਹ ਤਾਂ ਇਸ ਤੋਂ ਵੀ ਵੱਡਾ। ਕਹਿੰਦੇ ਅੱਛਾ ਅੰਦਾਜ਼ਾ ਲਾ ਕੇ ਜਿਵੇਂ ਕਿਸੇ ਨੂੰ ਬਹੁਤ ਪੈਸੇ ਮਿਲ ਜਾਂਦੇ ਹੋਣ, ਕਹਿੰਦੇ ਉਹਨੂੰ ਬ੍ਰਹਮਾਨੰਦ ਕਹਿੰਦੇ? ਕਹਿੰਦੇ ਨਹੀਂ ਇਹ ਵੀ ਨਹੀਂ ਹੈ। ਫਿਰ ਸੋਚ ਕੇ ਕਹਿੰਦਾ ਅੱਛਾ ਜਿਵੇਂ ਕਿਸੇ ਦਾ ਵਿਆਹ ਸ਼ਾਦੀ ਹੋ ਜਾਂਦਾ ਉਹ ਖੁਸ਼ ਹੁੰਦਾ? ਉਹ ਕਹਿੰਦੇ ਨਹੀਂ, ਉਹ ਤਾਂ ਬਹੁਤ ਵੱਡੀ ਦਾਤ ਹੈ। ਗ੍ਰਸਤੀ ਕਹਿੰਦਾ ਇਸ ਤੋਂ ਉੱਤੇ ਤਾਂ ਕੁਝ ਹੁੰਦਾ ਹੀ ਨਹੀਂ। ਉਹ ਕਹਿੰਦੇ ਤੂੰ ਤਾਂ ਖੂਹ ਦਾ ਡੱਡੂ ਹੈ, ਤੈਨੂੰ ਇਹਨੇ 3 ਚੀਜ਼ਾਂ ਤੋਂ ਬਿਨਾਂ ਕੱਖ ਨਹੀਂ ਪਤਾ। ਜਾਂ ਤਾਂ ਪੈਸਿਆਂ ਦਾ ਪਤਾ, ਜਾਂ ਲੜਕਾ ਹੋ ਜਾਏ, ਜਾਂ ਵਿਆਹ ਹੋ ਜਾਏ, ਬਸ ਇੰਨੀਆਂ ਗੱਲਾਂ ਦਾ ਤੈਨੂੰ ਗਿਆਨ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਿਆ ਕਰੋ ਜਾ ਕੇ। ਕੀ ਹੈ ਜੇ ਹਫਤਾ ਉਹਨਾਂ ਦੇ ਕੋਲ ਰਹਿ ਕੇ ਦੇਖੋ ਕਿੰਨਾ ਉਹਨਾਂ ਦਾ ਕੰਮ ਹੁੰਦਾ, ਭੱਜ ਦੌੜ, ਦਲਿੱਦਰ ਤਾਂ ਉੱਥੇ ਹੁੰਦਾ ਹੀ ਨਹੀਂ, ਆਲਸ ਹੁੰਦਾ ਹੀ ਨਹੀਂ। ਉਹਦੇ ਆਲਸ ਸਾਰੇ ਹੀ ਨਾਸ ਹੋ ਜਾਂਦੇ ਨੇ। ਜਾ ਕਾ ਗ੍ਰਹਿ ਨਵਨਿਧ ਹਰ ਭਾਈ, ਤਿਸ ਮਿਲਿਆ ਜਿਸ ਪੁਰਬ ਕਮਾਈ। ਇਹ ਭਾਈ ਜਿਸ ਵਾਹਿਗੁਰੂ ਦੇ ਘਰ 'ਚ 9 ਨਿਧੀਆਂ ਰਿੱਧੀਆਂ ਸਿੱਧੀਆਂ ਭਰੀਆਂ ਪਈਆਂ ਪਦਾਰਥ ਭਰੇ ਪਏ ਨੇ, ਉਹ ਵਾਹਿਗੁਰੂ ਉਹਨੂੰ ਮਿਲਿਆ ਜਿਹਦੀ ਪਿਛਲੇ ਜਨਮਾਂ ਦੀ ਕੋਈ ਚੰਗੀ ਕਮਾਈ ਕੀਤੀ, ਮਿਹਨਤ ਕੀਤੀ, ਅਭਿਆਸ ਕੀਤੇ ਹੁੰਦੇ ਨੇ। ਗਿਆਨ ਧਿਆਨ ਪੂਰਨ ਪਰਮੇਸ਼ਰ, ਪ੍ਰਭ ਸਭਨਾ ਗੱਲਾਂ ਜੋਗਾ ਜੀਓ। ਉਹ ਪਰਮੇਸ਼ਰ ਗਿਆਨ ਧਿਆਨ ਆਦਿਕ ਜਿਹੜੇ ਨਾ 6 ਭਾਗਾਂ ਵਿੱਚ ਪੂਰਨ ਹੈ, ਉਹ ਪਰਮਾਤਮਾ ਸਾਰੀਆਂ ਗੱਲਾਂ ਕਰਨ ਦੇ ਯੋਗ ਹੈ। ਉਹ ਪੂਰਨ ਪਰਮੇਸ਼ਰ ਹੈ, ਉਹਦੇ 'ਚ ਕੋਈ ਕਮੀ ਨਹੀਂ ਹੈ। ਤਿਨ ਮੈਂ ਥਾਪੋ ਥਾਪਨ ਹਾਰਾ, ਆਪ ਇਕੰਤੀ ਆਪ ਪਸਾਰਾ। ਮਹਾਰਾਜ ਕਹਿੰਦੇ ਇੱਕ ਖਿੰਚ ਸਾਰੇ ਜਗਤ ਦੀ ਉਤਪਤੀ ਕਰ ਦਿੰਦਾ, ਇੱਕ ਖਿੰਨ ਵਿੱਚ। ਇੱਥੇ ਘਰ ਬਣਾਉਂਦੇ ਆ ਕਿੰਨਾ ਚਿਰ ਲੱਗ ਜਾਂਦਾ, ਉਹ ਛਿੰਚ ਹੀ ਬਣਾ ਕੇ ਦੁਨੀਆ ਇੱਕ ਛਿੰਚ ਬਣਾ ਕੇ ਇੱਕ ਛਿੰਚ ਹੀ ਨਾਸ ਕਰ ਦਿੰਦਾ ਜਦੋਂ ਕਰਨੀ ਹੁੰਦੀ। ਪਾਲਣਾ ਕਰਦਾ ਹੈ, ਫਿਰ ਲੈਤਾ ਕਰਨ ਵਾਲਾ,
ਆਪ ਹੀ ਇਕੰਤੀ ਨਿਰਗੁਣ ਸਰੂਪ ਹੈ, ਆਪ ਹੀ ਪਸਾਰੇ ਵਾਲਾ ਸਰਗੁਣ ਸਰੂਪ ਹੈ, ਆਪ ਹੀ ਇਕਾਂਤ ਵਿੱਚ ਰਹਿਣ ਵਾਲਾ ਸੰਤ ਸਰੂਪ, ਆਪ ਹੀ ਪਸਾਰੇ ਵਾਲਾ ਗ੍ਰਸਤੀ ਬਣ ਜਾਂਦਾ। ਰਹਿੰਦਾ ਉਹ ਸਾਰਿਆਂ ਦੇ ਹਿਰਦਿਆਂ 'ਚ, ਗ੍ਰਸਤੀਆਂ 'ਚ ਵੀ ਉਹੀ ਰਹਿੰਦਾ, ਸਾਧੂ ਸੰਤਾਂ 'ਚ ਵੀ ਰਹਿੰਦਾ। ਕਹਿੰਦੇ ਫਿਰ ਉਹ ਤੇ ਅਸਰ ਨਹੀਂ ਪੈਂਦਾ ਕਿਸੇ ਚੀਜ਼ ਦਾ। ਲੇਪ ਨਹੀਂ ਜਗ ਜੀਵਨ ਦਾਤੇ, ਦਰਸ਼ਨ ਡਿੱਠੇ ਲਹਿਨ ਵਿਜੋਗਾ ਜੀਓ। ਉਹ ਜਗ ਜੀਵਨ ਦਾਤੇ ਵਾਹਿਗੁਰੂ ਨੂੰ ਸੰਸਾਰ ਦਾ ਕੋਈ ਲੇਪ ਨਹੀਂ ਲੱਗਦਾ, ਚਿੰਨ੍ਹ ਨਹੀਂ ਲੱਗਦਾ, ਸੰਸਾਰ ਦੀ ਕੋਈ ਉਹਨੂੰ ਅਸਰ ਨਹੀਂ ਪੈਂਦਾ ਕਿਸੇ ਗੱਲ ਦਾ। ਸਗੋਂ ਉਹਦੇ ਦਰਸ਼ਨ ਵੇਖਿਆ ਸਾਰੇ ਜਿਹੜੇ ਵਿਜੋਗਾ ਤੋਂ ਭਾਵ ਦੁੱਖ ਲੈ ਜਾਂਦੇ ਨੇ। ਅੰਚਲ ਲਾਏ ਸਭ ਸਿਸ਼ਟ ਤਰਾਈ, ਆਪਣਾ ਨਾਮ ਆਪ ਜਪਾਈ। ਉਹਨੇ ਆਪਣੇ ਨਾਮ ਰੂਪ ਪੱਲੇ ਨਾਲ, ਸਾਧ ਸੰਗਤ ਰੂਪ ਪੱਲੇ ਨਾਲ ਲਾ ਕੇ ਸਾਰੀ ਸ੍ਰਿਸ਼ਟੀ ਤਰਾ ਦਿੱਤੀ, ਤਾਰ ਦਿੱਤੀ ਹੈ। ਵਾਹਿਗੁਰੂ ਆਪਣਾ ਨਾਮ ਆਪ ਜਪਾਉਂਦੇ, ਜੀ ਤੋਂ ਜਪਾਉਂਦੇ ਨੇ, ਕੋਲ ਖੜ ਕੇ, ਸਿਰ ਤੇ ਖੜ ਕੇ, ਹਿਰਦੇ 'ਚੋਂ ਪ੍ਰੇਰਨਾ ਦੇ ਕੇ। ਜੇ ਜਪਾਉਣਾ ਤਾਂ ਆਪ ਜਪਾਉਣਾ। ਇਹ ਵੀ ਨਹੀਂ ਮਾਣ ਕਰ ਸਕਦੇ ਕਿ ਮੈਂ ਜਪਦਾ। ਕਈ ਵਾਰ ਹੋਰ ਹੀ ਚੱਕਰੀ ਜੀ ਘੁਮਾ ਦਿੰਦੇ ਨੇ, ਬੰਦੇ ਦਾ ਮਨ ਹੀ ਮੁੜ ਜਾਂਦਾ ਨਾਮ ਵੱਲੋਂ। ਇਸ ਕਰਕੇ ਹਮੇਸ਼ਾ ਇਹ ਰੱਖਣਾ ਕਿ ਤੁਸੀਂ ਹੀ ਕਰਾਉਂਦੇ ਹੋ। ਇਹ ਕਈ ਵਾਰ ਹੋ ਵੀ ਜਾਂਦਾ, ਆਪਣੇ ਮਨ 'ਚ ਮਾਣ ਵੀ ਹੋ ਜਾਂਦਾ, ਫਿਰ ਕੰਮ ਜਿਹਾ ਖਰਾਬ ਹੋ ਜਾਂਦਾ। ਫਿਰ ਬੇਨਤੀਆਂ ਕਰਦੇ ਆ, ਤਰਲੇ ਕਰਦੇ ਆ, ਮਹਾਰਾਜ ਇਹ ਤਾਂ ਖਰਾਬ ਹੋ ਗਿਆ। ਕਹਿੰਦੇ ਫਿਰ ਤੂੰ ਕਹਿ ਸੀ ਮੈਂ ਆਪੇ ਕਰੀ ਜਾਂਦਾ। ਆਪੇ ਨਹੀਂ ਤੂੰ ਕਰਦਾ, ਮੈਂ ਕਰਾਉਣਾ ਤੈਥੋਂ। ਆਪਣਾ ਨਾਮ ਆਪ ਜਪਾਈ। ਗੁਰ ਬੋਹਿਥ ਪਾਇਆ ਕਿਰਪਾ ਤੇ, ਨਾਨਕ ਧੁਰ ਸੰਜੋਗਾ ਜੀਓ। ਮੁੱਢ ਤੋਂ ਹੀ ਕਰਮਾਂ ਦੇ ਸੰਜੋਗ ਕਰਕੇ ਪਰਮਾਤਮਾ ਦੀ ਕਿਰਪਾ ਤੇ ਗੁਰੂ ਰੂਪ ਜਹਾਜ਼, ਗੁਰਾਂ ਤੋਂ ਨਾਮ ਰੂਪ ਜਹਾਜ਼ ਪ੍ਰਾਪਤ ਕੀਤਾ। ਉਹਦੀ ਕਿਰਪਾ ਹੋਈ ਹੈ ਤਾਂ ਇਹ ਪ੍ਰਾਪਤੀ ਹੋਈ ਹੈ। ਰਾਜ ਮਹੱਲਾ ਪੰਜਵਾਂ। ਸੋਈ ਕਰਨਾ ਜੇ ਆਪ ਕਰਾਏ, ਜਿੱਥੈ ਰੱਖੈ ਸਾ ਭਲੀ ਜਾਏ। ਅਸੀਂ ਤਾਂ ਉਹੀ ਕਰਤੱਵ ਕਰਦੇ ਹਾਂ ਜਿਹੜਾ ਆਪ ਵਾਹਿਗੁਰੂ ਸਾਡੇ ਕੋਲ ਕਰਵਾਉਂਦਾ। ਕਹਿਣ ਨੂੰ ਜੋ ਮਰਜ਼ੀ ਕੋਈ ਕਹੀ ਜਾਵੇ, ਪਰ ਕਰਵਾਉਂਦਾ ਸਭ ਕੁਝ ਆਪ ਹੀ ਹੈ। ਇਹ ਭਗਤਾਂ ਦੀ ਨਿਮਰਤਾ ਹੈ ਕਿ ਤੁਸੀਂ ਹੀ ਕਰਾਉਨੇ ਮਹਾਰਾਜ, ਅਸੀਂ ਆਪ ਨਹੀਂ ਕੁਝ ਕਰਦੇ। ਸਾਨੂੰ ਜਿੱਥੇ ਵਾਹਿਗੁਰੂ ਰੱਖਦਾ ਸਾਡੇ ਵਾਸਤੇ ਉਹੀ ਜਗ੍ਹਾ ਜਿਹੜੀ ਚੰਗੀ ਹੈ। ਸਾ ਭਲੀ ਜਾਏ, ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗਾ ਜਿਸ ਮੀਠਾ ਜੀਓ। ਉਹੀ ਬੰਦਾ ਸਿਆਣਾ, ਉਹੀ ਇੱਜ਼ਤ ਵਾਲਾ ਹੈ ਜਿਹਨੂੰ ਵਾਹਿਗੁਰੂ ਦਾ ਭਾਣਾ ਮਿੱਠਾ ਲੱਗਦਾ। ਸਭ ਪਰੋਈ ਇਕਤ ਧਾਗੈ, ਜਿਸ ਲਾਏ ਲਏ ਸੋ ਚਰਨੀ ਲਾਗੈ। ਉਹ ਵਾਹਿਗੁਰੂ ਨੇ ਸਾਰੀ ਦੁਨੀਆ ਇੱਕ ਹੁਕਮ ਰੂਪ ਸੂਤ ਵਿੱਚ ਹੀ ਪਰੋਈ ਪਈ ਹੈ। ਸੱਤਾ ਰੂਪ ਸੂਤਰ ਵਿੱਚ, ਪ੍ਰਾਣਾ ਰੂਪ ਸੂਤਰ ਵਿੱਚ ਪਰੋਈ ਹੋਈ ਸਾਰੀ ਦੁਨੀਆ। ਉਹ ਜਿਹਨੂੰ ਆਪਣੀ ਚਰਨੀ ਲਾ ਲੈਂਦਾ ਉਹੀ ਬੰਦਾ ਲੱਗਦਾ, ਦੂਜਾ ਲੱਗ ਹੀ ਨਹੀਂ ਸਕਦਾ। ਬੇਨਤੀਆਂ ਤਾਂ ਸਾਰੇ ਕਰਦੇ ਰਹੋ, ਸਾਨੂੰ ਆਪਣੇ ਚਰਨੀ ਲਾ ਲਓ ਜੀ। ਊਂਦ ਕਮਲ ਜਿਸ ਹੋਏ ਪ੍ਰਗਾਸਾ, ਤਿਨ ਸਰਬ ਨਿਰੰਜਨ ਡੀਠਾ ਜੀਓ। ਜਿਹਦਾ ਊਂਦ ਹੁੰਦਾ ਅਮੂਦਾ ਹਿਰਦਾ ਕੌਲ ਸਿੱਧਾ ਹੋ ਗਿਆ, ਜਿਹਦੇ ਅਮੂਦੇ ਹਿਰਦੇ ਕੌਲ ਵਿੱਚ ਵਾਹਿਗੁਰੂ ਦਾ ਪ੍ਰਗਾਸਾ ਗਿਆਨ ਹੋਇਆ, ਉਹ ਜੀਵ ਨੇ ਸਾਰਿਆਂ ਵਿੱਚ ਨਿਰੰਜਨ ਪਰਮਾਤਮਾ ਨੂੰ ਪਰਿਪੂਰਨ ਦੇਖ ਲਿਆ। ਹਿਰਦਾ ਕਮਲ ਪੁੱਠਾ ਹੁੰਦਾ ਹਮੇਸ਼ਾ ਸਾਰਿਆਂ ਦਾ, ਪਰ ਜਦੋਂ ਜਦੋਂ ਨਾਮ ਜਪਦੇ ਜਾਂਦੇ ਆ ਹੌਲੀ 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 ਸਿੱਧਾ ਹੋ ਕੇ ਖਿੜ ਜਾਂਦਾ, ਤੇ ਖਿੜਨ ਦੇ ਨਾਲ ਪ੍ਰਕਾਸ਼ ਹੋ ਜਾਂਦਾ। ਤੇਰੀ ਮਹਿਮਾ ਤੂੰ ਹੈ ਜਾਣ ਹੈ, ਆਪਣਾ ਆਪ ਤੂੰ ਆਪ ਪਛਾਣ ਹੈ। ਇਹ ਵਾਹਿਗੁਰੂ ਤੇਰੀ ਜਿਹੜੀ ਮਹਿਮਾ ਉਹਨੂੰ ਤੁਸੀਂ ਆਪ ਹੀ ਜਾਣਦੇ ਹੋ, ਆਪਣੇ ਆਪ ਨੂੰ ਆਪ ਹੀ ਪਛਾਣਦੇ ਹੋ ਜੀ। ਹਉ ਬਲਿਹਾਰੀ ਸੰਤਨ ਤੇਰੇ, ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ। ਪੀਠਾ ਹੁੰਦਾ ਪੀ ਕੇ ਸੁੱਟਤਾ ਜਿਨ੍ਹਾਂ ਨੇ। ਮੈਂ ਉਹਨਾਂ ਸੰਤਾਂ ਤੋਂ ਬਲਿਹਾਰ ਜਾਵਾਂ ਜਿਨ੍ਹਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਪੀ ਕੇ ਸੁੱਟ ਦਿੱਤਾ। ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਜਿਨ ਦੇਖੇ ਸਭ ਉਤਰ ਹੈ ਕਲਮਲ। ਇਹ ਵਾਹਿਗੁਰੂ ਤੁਸੀਂ ਆਪ ਨਿਰਵੈਰ ਸੁਭਾਅ ਵਾਲੇ ਹੋ, ਤੁਹਾਨੂੰ ਕਿਸੇ ਨਾਲ ਵੈਰ ਨਹੀਂ। ਅਤੇ ਆਪ ਜੀ ਦੇ ਸੰਤ ਵੀ ਨਿਰਮਲ ਸ਼ੁੱਧ ਮਨ ਵਾਲੇ ਹੁੰਦੇ ਨੇ, ਉਹਨਾਂ ਨੂੰ ਵੀ ਕਿਸੇ ਨਾਲ ਵੈਰ ਨਹੀਂ। ਜਿਨ੍ਹਾਂ ਦੇ ਦਰਸ਼ਨ ਕੀਤਿਆਂ ਸਾਰੇ ਪਾਪ ਲੈ ਜਾਂਦੇ ਨੇ, ਉਹ ਤੇਰੇ ਰੱਬ ਦੇ ਪਿਆਰੇ, ਉਹਨਾਂ ਦੇ ਦਰਸ਼ਨ ਬਖਸ਼ੋ ਸਾਨੂੰ। ਨਾਨਕ ਨਾਮ ਧਿਆਏ ਧਿਆਏ ਜੀਵੈ, ਬਿਨ ਸਿਆ ਭ੍ਰਮ ਭਉ ਢੀਠਾ ਜੀਓ। ਮਾਰੇ ਕਹਿੰਦੇ ਮੈਂ ਵੀ ਆਪ ਦੇ ਨਾਮ ਨੂੰ ਧਿਆ ਧਿਆ ਕੇ ਜਪ ਜਪ ਕੇ ਜਿਉਣਾ, ਕਿਉਂਕਿ ਨਾਮ ਦੇ ਪ੍ਰਤਾਪ ਕਰਕੇ ਹੀ ਮੇਰੇ ਅੰਦਰੋਂ ਪਾਪ ਡਰ ਤੇ ਢੀਠਾ ਹੁੰਦਾ ਕਠੋਰ ਸੁਭਾਅ ਜਿਹੜਾ ਸੀ ਉਹ ਨਾਸ ਹੋ ਗਿਆ। ਲਚਕੀਲੇ ਸੁਭਾਅ ਹੋਣਾ। ਗੁਰਮੁਖਾਂ ਦਾ ਸੁਭਾਅ ਬਹੁਤ ਅੰਗੂਰ ਵਾਂਗੂ ਅੰਦਰੋਂ ਬਾਹਰੋਂ ਇੱਕੋ ਜਿਹੇ ਹੁੰਦੇ, ਨਰਮ ਜਿਹੇ। ਕਠੋਰ ਸੁਭਾਅ ਵਾਲੇ ਵੀ ਹੁੰਦੇ ਨੇ, ਜਿਵੇਂ ਬੇਰ ਹੁੰਦਾ,
ਦੇਸੀ ਬੇਰ ਉਹ ਉੱਤੋਂ ਨਰਮ ਹੁੰਦਾ, ਵਿੱਚੋਂ ਗਿਟਕ ਵਰਗਾ ਹੁੰਦਾ। ਇੱਕ ਗੁਰਮੁਖਾਂ ਦੇ ਸੁਭਾਅ ਹੁੰਦੇ ਬਦਾਮ ਵਰਗੇ, ਉੱਤੋਂ ਸਖਤ ਅੰਦਰੋਂ ਨਰਮ ਹੋਣਾ। ਇਹ ਅਲੱਗ-ਅਲੱਗ ਕਿਸਮਾਂ ਦੱਸੀਆਂ ਕਥਾ 'ਚ। ਜਿਵੇਂ ਸੂਰਜ ਪ੍ਰਕਾਸ਼ ਦੀ ਕਥਾ 'ਚ ਸਾਰਾ ਕੁਛ ਆਉਂਦਾ। ਮਾਝ ਮਹੱਲਾ ਪੰਜਵਾ। ਝੂਠਾ ਮੰਗਣ ਜੇ ਕੋਈ ਮੰਗੈ, ਤਿਸ ਕਉ ਮਰਤੇ ਘੜੀ ਨਾ ਲਾਗੈ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿਹੜਾ ਕੋਈ ਝੂਠਾ ਮੰਗਣਾ ਹੈ, ਸੰਸਾਰਕ ਪਦਾਰਥਾਂ ਨੂੰ ਮੰਗਦਾ ਹੈ, ਉਹਨੂੰ ਮਰਦਿਆਂ ਘੜੀ ਵੀ ਨਹੀਂ ਲੱਗਦੀ, ਕਿਉਂਕਿ ਝੂਠੇ ਪਦਾਰਥਾਂ ਦੇ ਮੰਗਣ ਵਾਲਾ ਬੰਦਾ ਜੰਮਦਾ ਮਰਦਾ ਹੀ ਰਹਿੰਦਾ। ਜਿਹੜਾ ਕੋਈ ਦੂਜਿਆਂ ਦੇ ਬੁਰੇ ਚਿਤਵਨ ਰੂਪ ਝੂਠੇ ਮੰਗਣ ਨੂੰ ਮੰਗਦਾ, ਉਹ ਵੀ ਕਹਿੰਦੇ ਭਸਮੰਗਤ ਦੈਂਤ ਵਾਂਗੂ ਉੱਥੇ ਹੀ ਮਰਦਿਆਂ ਦੇਰ ਨਹੀਂ ਲੱਗਦੀ। ਭਸਮੰਗਤ ਦੈਂਤ ਹੋਇਆ, ਉਹ ਕਿਤੇ ਆਰਾਧਨਾ ਕਰ ਲਈ, ਸ਼ਿਵ ਜੀ ਪ੍ਰਸੰਨ ਹੋ ਗਿਆ। ਸ਼ਿਵ ਜੀ ਤੇ ਖੁਸ਼ ਹੁੰਦਾ, ਉਹਨੂੰ ਆਉਣੇ ਆਪਣਾ ਕੜਾ ਲਾ ਕੇ ਦੇਤਾ। ਕਹਿੰਦੇ ਇਹ ਕੜਾ ਲੈ ਲਾ। ਕਹਿੰਦੇ ਇਹ ਕੜਾ ਕੀ ਕਰੂਗਾ ਜੀ? ਕਹਿੰਦੇ ਜੀ ਤੇ ਫੇਰੇਗਾ ਉਹੀ ਸਵਾਹ ਹੋ ਜਾਊਗਾ। ਸ਼ਿਵ ਜੀ ਨੇ ਕੜਾ ਦਿੱਤਾ, ਸ਼ਿਵ ਜੀ ਦੇ ਸਿਰ ਤੋਂ ਹੀ ਫੇਰ ਲੱਗਿਆ। ਕਹਿੰਦਾ ਇਹ ਕੀ ਕਰਦਾ? ਕਹਿੰਦਾ ਤੇਰੇ ਸਿਰ ਤੋਂ ਫੇਰੂੰਗਾ, ਤੂੰ ਤਾਂ ਪਹਿਲਾਂ ਚੱਲ ਖਾਂ, ਫਿਰ ਪਾਰਵਤੀ ਨਾਲ ਮੈਂ ਸ਼ਾਦੀ ਕਰ ਲੂੰ। ਉਹ ਕਹਿੰਦਾ ਇਹ ਚੰਗਾ ਕੜਾ ਦਿੱਤਾ, ਦੈਂਤ ਨੂੰ ਕਾਹਨੂੰ ਕੜਾ ਦੇਣਾ ਸੀ। ਉਸ ਵਕਤ ਫਿਰ ਐਸਾ ਕੌਤਕ ਵਰਤਾਇਆ, ਉਹਨੇ ਆਪਣੇ ਸਿਰ ਤੋਂ ਹੀ ਫੇਰ ਲਿਆ, ਆਪ ਹੀ ਸਵਾਹ ਹੋ ਗਿਆ। ਇਸ ਕਰਕੇ ਝੂਠਾ ਮੰਗਣ ਜੇ ਕੋਈ ਮੰਗੈ, ਤਿਸ ਕੋ ਮਰਤੇ ਘੜੀ ਨਾ ਲਾਗੈ। ਪਾਰ ਬ੍ਰਹਮ ਜੋ ਸਦ ਹੀ ਸੇਵੈ, ਸੋ ਗੁਰ ਮਿਲ ਨਿਹਚਲ ਕਹਿਣਾ। ਜਿਹੜੇ ਮਨੁੱਖ ਪੂਰਨ ਗੁਰਾਂ ਨਾਲ ਮਿਲ ਕੇ ਸਦਾ ਹੀ ਪਾਰ ਬ੍ਰਹਮ ਨੂੰ ਸੇਵੈ ਤੋਂ ਭਾਵ ਆਰਾਧਦੇ ਨੇ ਨਾ, ਉਹ ਬੰਦੇ ਜਿਹੜੇ, ਉਹਨੂੰ ਅਚਲ ਕਹਿਣਾ ਚਾਹੀਦਾ। ਅਟਲ ਭਇਓ ਧੂ ਜਾ ਕੈ ਸਿਮਰਨ, ਹਰ ਨਿਰਭੈ ਪਦ ਪਾਇਆ। ਪ੍ਰੇਮ ਭਗਤ ਜਿਸ ਕੈ ਮਨ ਲਾਗੀ, ਗੁਣ ਗਾਵੈ ਅੰਦਿਨ ਨਿਤ ਜਾਗੀ। ਜਿਹਦੇ ਮਨ ਵਿੱਚ ਵਾਹਿਗੁਰੂ ਦੀ ਪ੍ਰੇਮਾ ਭਗਤੀ ਲੱਗ ਜਾਂਦੀ, ਉਹ ਵਾਹਿਗੁਰੂ ਦੇ ਗੁਣ ਗਾਉਣ ਵਿੱਚ ਉਹਦੀ ਬੁੱਧੀ ਨਿਤਾ ਪ੍ਰਤੀ ਜਾਗਦੀ ਹੈ। ਵੈਸੇ ਵੀ ਉਹ ਜਾਗਦਾ ਹੀ ਰਹਿੰਦਾ, ਕਿਉਂਕਿ ਪ੍ਰੇਮ ਲੱਗ ਗਿਆ। ਪ੍ਰੇਮ ਵਾਲਾ ਬਹੁਤ ਘੱਟ ਸੌਂਦਾ, ਜਾਗਤ ਰਹਿਣ ਵਿਹਾਣੀ 'ਚ ਹੋ ਜਾਂਦਾ। ਜਦੋਂ ਇੰਨੀ ਜਾਗਰਤ ਅਵਸਥਾ 'ਚ ਆ ਗਿਆ ਵੀ ਬੈਠਾ ਬਸ ਆਰਾਧੀ ਜਾਂਦਾ, ਜਿਹਦੀ ਬਿਰਤੀ 'ਚ ਇੱਕੋ ਹੀ ਗੱਲ ਚਲੀ ਗਈ, ਬਸ ਆਰਾਧਨਾ ਹੀ ਚਲੀ ਗਈ। ਬਾਹਾਂ ਪਕੜ ਤਿਸ ਸੁਆਮੀ ਮੇਲਾ, ਜਿਸ ਕੈ ਮਸਤਕ ਲਹਿਣਾ। ਉਹਨੂੰ ਬਾਹੋਂ ਫੜ ਕੇ ਸੁਆਮੀ ਮਾਲਕ ਪਰਮਾਤਮਾ ਆਪਣੇ ਨਾਲ ਮਿਲਾ ਲੈਂਦਾ, ਆ ਜਾ ਬਈ। ਪਰ ਜਿਹਦੇ ਮਸਤਕ ਦੇ ਉੱਤੇ ਲਹਿਣਾ ਹੁੰਦਾ, ਲੇਖ ਲਿਖਿਆ ਹੁੰਦਾ, ਚਰਨ ਕਮਲ ਭਗਤਾਂ ਮਨ ਬੁੱਠੇ, ਵਿਣ ਪਰਮੇਸ਼ਰ ਸਗਲੇ ਮੁੱਠੇ। ਭਗਤ ਜਨਾਂ ਦੇ ਮਨ ਵਿੱਚ ਵਾਹਿਗੁਰੂ ਦੇ ਚਰਨ ਕਮਲ ਵਸ ਰਹੇ ਨੇ। ਪਰਮੇਸ਼ਰ ਸਿਮਰਨ ਤੋਂ ਬਿਨਾਂ, ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਿਨਾਂ ਸਾਰੇ ਬੰਦੇ ਠੱਗੇ ਗਏ ਨੇ ਮਾਇਆ ਦੇ ਰਾਹੀਂ। ਸੰਤ ਜਨਾਂ ਕੀ ਧੂੜ ਨਿਤ ਬਾਂਛੈ, ਨਾਮ ਸੱਚੇ ਕਾ ਗਹਿਣਾ। ਅਸੀਂ ਤਾਂ ਸੰਤ ਜਨਾਂ ਦੀ ਚਰਨ ਧੂੜੀ ਵੀ ਮੰਗਦੇ ਆ, ਰੋਜ਼ ਚਾਹੁੰਦੇ ਆ ਜੋ ਚਰਨ ਧੂੜੀ ਸੱਚੇ ਨਾਮ ਦਾ ਸ਼ਿੰਗਾਰ ਰੂਪ ਹੈ, ਗਹਿਣਾ ਰੂਪ ਹੈ। ਸਾਨੂੰ ਸੱਚੇ ਨਾਮ ਦਾ ਵੀ ਗਹਿਣਾ ਬਖਸ਼ਿਸ਼ ਕਰੋ ਕਿਰਪਾ ਕਰਕੇ। ਮਹਾਰਾਜ ਕਹਿੰਦੇ ਸੱਚੇ ਨਾਮ ਦਾ ਗਹਿਣਾ ਇਸ ਤਰ੍ਹਾਂ ਪ੍ਰਾਪਤ ਹੁੰਦਾ ਹੈ, ਊਠਤ ਬੈਠਤ ਹਰ ਹਰ ਗਾਈਐ, ਜਿਸ ਸਿਮਰਤ ਵਰ ਨਿਹਚਲ ਪਾਈਐ। ਕਹਿੰਦੇ ਉੱਠਦਿਆਂ ਬਹਿੰਦਿਆਂ ਵਾਹਿਗੁਰੂ ਵਾਹਿਗੁਰੂ ਨਾਮ ਗਾਉਣਾ ਕਰੋ, ਜਿਹਦੇ ਸਿਮਰਦਿਆਂ ਹੀ ਫਿਰ ਨਿਹਚਲ ਵਰ ਹੁੰਦਾ, ਚੱਲ ਪਤੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਨਾਨਕ ਕਉ ਪ੍ਰਭ ਹੋਏ ਦਇਆਲਾ, ਤੇਰਾ ਕੀਤਾ ਸਹਿਣਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਬੇਨਤੀ ਕਰੋ, ਹੇ ਵਾਹਿਗੁਰੂ ਦਿਆਲੂ ਹੋ ਕੇ ਮੈਨੂੰ ਇਹ ਬਲ ਬਖਸ਼ੋ, ਜੋ ਆਪ ਦੇ ਕੀਤੇ ਹੋਏ ਕਰਮ ਨੇ, ਜੋ ਆਪ ਕਿਰਪਾ ਕਰਦੇ ਹੋ, ਖੇੜੇ ਮੱਥੇ ਸਹਿਣਾ ਕਰਾਂ, ਮੈਂ ਸਹਾਰ ਲਵਾਂ। ਤੁਸੀਂ ਜੋ ਹੁਕਮ ਕਰਦੇ ਹੋ, ਤੁਹਾਡਾ ਜੋ ਭਾਣਾ ਹੈ, ਜੋ ਕੋਈ ਹੋ ਰਹੀ ਚੀਜ਼, ਮੈਂ ਉਹਨੂੰ ਇਹ ਨਾ ਕਹਾਂ ਕਿ ਇਹ ਕਿਉਂ ਹੋ ਗਿਆ, ਆਹ ਕਿਉਂ ਹੋ ਗਿਆ, ਇਹ ਨਹੀਂ ਸੀ ਹੋਣਾ ਚਾਹੀਦਾ। ਮੈਂ ਸਤ ਬਚਨ ਕਰਕੇ ਸਹਾਰ ਲਵਾਂ, ਇਹ ਕਿਰਪਾ ਕਰੋ। ਮੈਂ ਕਹਾਂ ਵੀ ਜੋ ਹੋਇਆ ਸਭ ਠੀਕ ਹੈ, ਬਸ ਮੈਂ ਕਿੰਤੂ ਨਾ ਕਰਾਂ ਕਿਸੇ ਗੱਲ ਤੇ, ਫਿਰ ਮੈਂ ਤੁਹਾਡਾ ਸਹੀ ਭਗਤ ਬਣ ਸਕਦਾ। ਸੋ ਇਸ ਤਰ੍ਹਾਂ ਮਹਾਰਾਜ ਨੇ 109 ਅੰਗ ਤੱਕ 50 ਸ਼ਬਦ ਹੁਣ ਤੱਕ ਬਖਸ਼ਿਸ਼ ਕੀਤੇ ਕੁੱਲ। ਅੱਗੇ ਅਸ਼ਟਪਦੀਆਂ ਆਰੰਭ ਹੋਣਗੀਆਂ ਅੱਜ ਦੁਪਹਿਰੇ 12:15 ਤੋਂ 1:15। ਸੋ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਪਾਵਨ। ਵਾਹਿਗੁਰੂ ਵਾਹਿਗੁਰੂ।